ਵੀ ਹਰੇਕ ਪਿੰਡ ਦੇ ਵਿੱਚ ਹਰੇਕ ਜਗ੍ਹਾ 'ਤੇ ਉਹ ਮਹਾਂ ਗਦਾਰ ਵੀ ਹੁੰਦੇ ਨੇ। ਉੱਥੇ ਲੋਕਾਂ ਨੇ ਗਦਾਰੀ ਕਰਕੇ ਉਹਨੂੰ CID ਜਿਹੜੀ ਪਿੰਡ ਨੂੰ ਸੀਲ ਕਰ ਲਿਆ। ਇਹ ਜਗ੍ਹਾ ਤੋਂ ਸਿੱਧੀਆਂ ਗੋਲੀਆਂ ਚੱਲ ਪਈਆਂ। ਇੱਥੇ ਲੋਕਾਂ ਨੇ ਰਵਾਇਤੀ ਹਥਿਆਰਾਂ ਦੇ ਨਾਲ, ਡਾਂਗਾਂ ਸੋਟਿਆਂ ਦੇ ਨਾਲ, ਗੰਡਾਸਿਆਂ ਦੇ ਨਾਲ ਮੁਕਾਬਲਾ ਕੀਤਾ, ਜਿਹਦੇ ਵਿੱਚ 11 ਸ਼ਹੀਦ ਹੋ ਗਏ, ਬਾਕੀ ਫੱਟੜ ਹੋ ਗਏ। ਸੇਵਾ ਸਿੰਘ ਠੀਕਰੀਵਾਲ ਤਾਂ ਪਹਿਲਾਂ ਗੁਰਦੁਆਰਾ ਸੁਧਾਰ ਲਹਿਰ 'ਚ ਹੁੰਦਾ ਸੀ। ਇਹ ਸਾਕੇ ਦੇ ਕਰਕੇ ਸੇਵਾ ਸਿੰਘ ਠੀਕਰੀਵਾਲ ਉਹ ਗੁਰਦੁਆਰਾ ਸਾਹਿਬ ਸੁਧਾਰ ਲਹਿਰ ਛੱਡ ਕੇ ਪਰਜਾ ਮੰਡਲ ਲਹਿਰ ਛੱਡਿਆ। ਪਰਜਾ ਮੰਡਲ ਲਹਿਰ ਤਹਿਤ ਉਹਨੇ ਫਿਰ ਆਪਣੀ ਕੁਰਬਾਨੀ ਦਿੱਤੀ ਹੈ ਸੇਵਾ ਸਿੰਘ ਠੀਕਰੀਵਾਲ। ਨਾਨਕ ਸਿੰਘ ਦੀਆਂ ਲਿਖਤਾਂ ਕਹਿੰਦੀਆਂ ਨੇ ਵੀ ਇਹ ਜਿਹੜਾ ਹਾਂ ਦਾ ਨਾਰਾ ਮਾਰਿਆ ਇਹ ਹੈ ਨਹੀਂ, ਇਹ ਉਹੀ ਇਤਿਹਾਸ ਬਣਾਇਆ। ਉਹ ਤਾਂ ਲੋਕਾਂ ਦੇ ਦੁਸ਼ਮਣ ਤੇ ਤੁਸੀਂ ਆਪ ਦੱਸ ਰਹੇ ਹੋ ਵੀ ਲੋਕਾਂ ਦੀ ਜ਼ਮੀਨਾਂ ਤੇ ਲੋਕਾਂ ਦੀ ਧੀਆਂ ਭੈਣਾਂ ਦੇ ਉਹ ਕਰਦੇ ਸੀ, ਉਹ ਕਿੱਥੋਂ ਉਹ ਕਰਨਗੇ। ਅਸੀਂ ਜਿਹੜਾ ਕਹਿੰਦੇ ਆ ਨਾ, ਅਸੀਂ ਧਰਮ ਨੂੰ ਮਾੜਾ ਨਹੀਂ ਕਹਿੰਦੇ, ਕੁਝ ਸਾਡੇ ਸਿੱਖ ਵੀ ਗਦਾਰ ਨੇ। ਕੁਝ ਹੁਣ ਗਨੀ ਖਾਨ, ਨਬੀ ਖਾਨ ਤੁਸੀਂ ਨਾਂ ਲਿਆ, ਜਿਹੜਾ ਬੁੱਧੂ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਨਾਲ ਉਹਦੇ ਚੇਲਿਆਂ ਨੇ, ਉਹਦੇ ਪੁੱਤਾਂ ਨੇ ਵੀ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ। ਕਿਹੜੀ ਹੁੰਦੇ ਦੇ ਟੋਡੀ ਸੀ ਉਹ ਸਿੱਖ ਸੀ, ਉਹ ਸਿੱਖ ਸੀਗੇ, ਜੱਟ ਸੀਗੇ। ਫਿਰ ਅਸੀਂ ਵੀ ਜੱਟ ਸੀਗੇ, ਸਾਡੇ ਪੁਰਖੇ ਵੀ ਜੱਟ ਸੀਗੇ। ਸਤਿ ਸ਼੍ਰੀ ਅਕਾਲ ਜੀ, ਮੈਂ ਕਰਮ ਸੇਖਾ ਦਾ ਮਿਰਰ ਪੰਜਾਬ TV ਵੱਲੋਂ ਤੁਹਾਡੇ ਰੂਬਰੂ ਹਾਂ। ਅੱਜ ਅਸੀਂ ਆਏ ਹਾਂ ਪਿੰਡ ਕੁਠਾਲਾ ਦੇ ਵਿੱਚ। ਇਹ ਕੁਠਾਲਾ ਉਹ ਪਿੰਡ ਆ ਜਿਹਦਾ ਇਤਿਹਾਸ ਬਹੁਤ ਪੁਰਾਣਾ ਆ। ਇਸ ਇਤਿਹਾਸ ਦੇ ਵਿੱਚ, ਕੁਠਾਲੇ ਦੇ ਇਤਿਹਾਸ ਦੇ ਵਿੱਚ ਸ਼ਹੀਦੀ ਦਰਵਾਜ਼ਾ, ਜਿਸ ਦਰਵਾਜ਼ੇ ਦੇ ਆਪਾਂ ਸਾਹਮਣੇ ਖੜ੍ਹੇ ਆ, ਇੱਕ ਖਾਸ ਅਹਿਮੀਅਤ ਰੱਖਦਾ, ਕਿਉਂਕਿ ਇਹ ਦਰਵਾਜ਼ਾ ਉਹ ਦਰਵਾਜ਼ਾ ਆ ਜਿਹੜਾ ਕਿ ਕਿਸਾਨ ਸੰਘਰਸ਼ ਦੇ ਵਿੱਚ ਜਦੋਂ ਮੁਜ਼ਾਹਰੇ ਕਿਸਾਨ ਹੁੰਦੇ ਸੀ, ਉਹਨਾਂ ਨੂੰ ਜ਼ਮੀਨ ਦਿਵਾਉਣ ਦੇ ਵਿੱਚ ਇੱਕ ਅੰਦੋਲਨ ਸ਼ੁਰੂ ਹੁੰਦਾ, ਜਿਹੜਾ ਇਸ ਦਰਵਾਜ਼ੇ ਦੇ ਵਿੱਚ ਇਕੱਠ ਕੀਤਾ ਜਾਂਦਾ। 17 ਜੁਲਾਈ 1927 ਨੂੰ ਉਹ ਇਕੱਠ ਕੀਤਾ ਜਾਂਦਾ। ਉਹ ਇਕੱਠ ਆ ਜਿਹੜਾ ਉਹ ਜ਼ਿਮੀਂਦਾਰਾ ਕਮੇਟੀ ਇੱਕ ਬਣਾਈ ਜਾਂਦੀ ਆ, ਕਿਉਂਕਿ ਉਦੋਂ ਜਿਹੜੇ ਨਵਾਬ ਸੀ ਮਲੇਰਕੋਟਲੇ ਦੇ, ਨਵਾਬ ਦਾ ਬਹੁਤ ਅਸਰ ਰਸੂਖ ਸੀ, ਅੰਗਰੇਜ਼ਾਂ ਤੱਕ ਵੀ ਅਸਰ ਰਸੂਖ ਸੀ। ਔਰ ਉਹਨਾਂ ਵੱਲੋਂ, ਕਿਉਂਕਿ ਉਸ ਵਕਤ ਜ਼ਿਮੀਂਦਾਰਾ ਪ੍ਰਬੰਧ ਜਾਂ ਜਗੀਰਦਾਰੀ ਪ੍ਰਬੰਧ ਪੰਜਾਬ ਦੇ ਅੰਦਰ ਮੌਜੂਦ ਸੀ, ਹਿੰਦੁਸਤਾਨ ਦੇ ਅੰਦਰ ਵੀ ਮੌਜੂਦ ਸੀ। ਔਰ ਉਹਦੇ ਵਿੱਚ ਜਗੀਰਾਂ ਦੇ ਮਾਲਕ ਕੋਈ ਹੋਰ ਲੋਕ ਹੁੰਦੇ ਸੀ, ਜਿਹੜੇ ਉੱਥੇ ਹਲ ਵਾਹੁਣ ਵਾਲੇ ਲੋਕ ਹੁੰਦੇ ਸੀ। ਉਹਨਾਂ ਦੇ ਜਿਹੜਾ ਉਹਨਾਂ ਤੋਂ ਮਾਲੀਆ ਇਕੱਠਾ ਕੀਤਾ ਜਾਂਦਾ ਸੀ, ਤਕਰੀਬਨ ਫਸਲ ਦਾ ਅੱਧ ਜਿਹੜਾ ਉਹਨਾਂ ਤੋਂ ਲੈ ਲਿਆ ਜਾਂਦਾ ਸੀ। ਅਤੇ ਉਹਦੇ ਵਿੱਚ ਜ਼ਿਮੀਂਦਾਰਾ ਕਮੇਟੀ ਬਣਦੀ ਆ। ਜ਼ਿਮੀਂਦਾਰਾ ਕਮੇਟੀ ਸੇਵਾ ਸਿੰਘ ਠੀਕਰੀਵਾਲਾ ਜੀ ਦੀਆਂ ਹਦਾਇਤਾਂ ਦੇ ਤਹਿਤ ਬਣਦੀ ਆ। ਨਰਾਇਣ ਸਿੰਘ ਜੀ ਜਿਹੜੇ ਇਸ ਪਿੰਡ ਦੇ ਵਿੱਚ, ਨਰਾਇਣ ਸਿੰਘ ਚੀਮਾ ਜੀ, ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਜ਼ਿਮੀਂਦਾਰਾ ਕਮੇਟੀ ਬਣਦੀ ਆ। ਔਰ ਜ਼ਿਮੀਂਦਾਰਾ ਕਮੇਟੀ ਉਸ ਅੰਦੋਲਨ ਨੂੰ ਲੈ ਕੇ ਅੱਗੇ ਚੱਲਦੀ ਆ, ਔਰ ਉਹ ਆਪਣੀਆਂ ਮੰਗਾਂ ਮਸਲਿਆਂ ਨੂੰ, ਜ਼ਮੀਨ ਦੀ ਜਿਹੜੀ ਮਾਲਕੀ ਦੇ ਹੱਕ ਨੂੰ ਲੈ ਕੇ, ਜ਼ਮੀਨ ਹਲਵਾ ਹੱਕ ਦੀ ਜਿਹੜੀ ਮੰਗ ਨੂੰ ਲੈ ਕੇ ਇਕੱਠ ਕਰਦੇ ਆ। ਔਰ ਉਹਨਾਂ ਨਵਾਬ ਦੀ ਫੌਜ ਦੇ ਜ਼ੁਲਮਾਂ ਦਾ ਵੀ ਵਿਰੋਧ ਕਰਦੇ ਆ, ਕਿਉਂਕਿ ਨਵਾਬ ਦੀ ਫੌਜ ਪਿੰਡਾਂ ਦੇ ਵਿੱਚ ਆ ਕੇ ਉਹ ਫੌਜ ਇੱਥੋਂ ਦੀਆਂ ਔਰਤਾਂ ਨਾਲ ਵੀ ਬਦਸਲੂਕੀ ਕਰਦੀ ਸੀ, ਔਰ ਕਿਸਾਨਾਂ ਨਾਲ ਵੀ ਬਦਸਲੂਕੀ ਕਰਦੀ ਸੀ। ਔਰ ਉਹਨਾਂ ਬਦਸਲੂਕੀਆਂ ਦੇ ਖਿਲਾਫ ਇੱਕ ਜ਼ਿਮੀਂਦਾਰਾ ਕਮੇਟੀ ਬਣਦੀ ਹੈ। ਜ਼ਿਮੀਂਦਾਰਾ ਕਮੇਟੀ ਦੇ ਖਿਲਾਫ ਜਿਸ ਤਰ੍ਹਾਂ ਅੱਜ ਕੱਲ੍ਹ ਵੀ ਹੁੰਦਾ ਵੀ ਜਿਹਨੂੰ ਆਪਾਂ ਕਹਿ ਦਿੰਦੇ ਵੀ ਟੌਟ ਬਣ ਜਾਂਦੇ ਆ, ਪੁਲਿਸ ਦੇ ਟੌਟ ਹੁੰਦੇ ਆ, ਹਰੇਕ ਪਿੰਡ ਦੇ ਵਿੱਚ ਹੁੰਦੇ ਆ। ਇਸ ਪਿੰਡ ਦੇ ਵਿੱਚ ਵੀ ਟੋਡੀ, ਉਸ ਵਕਤ ਟੋਡੀ ਕਿਹਾ ਜਾਂਦਾ ਸੀ, ਟੋਡੀ ਸੀ ਜਿਨ੍ਹਾਂ ਨੂੰ ਅੱਗੇ ਲਾ ਕੇ ਇੱਕ ਨੈਸ਼ਨਲ ਜ਼ਿਮੀਂਦਾਰਾ ਕਮੇਟੀ ਬਣਾਈ ਗਈ। ਨੈਸ਼ਨਲ ਜ਼ਿਮੀਂਦਾਰਾ ਕਮੇਟੀ ਵੱਲੋਂ ਉਹਨਾਂ ਮੁਜ਼ਾਹਰੇ ਕਿਸਾਨਾਂ ਦੇ ਉੱਤੇ ਹਮਲਾ ਵੀ ਕੀਤਾ ਗਿਆ। ਔਰ ਉਸ ਦੇ ਵਿੱਚ ਕੀ ਘਟਨਾ ਵਾਪਰੀ ਸਾਰੀ ਆਪਾਂ ਪਿੰਡ ਵਾਲੇ ਜਿਹੜੇ ਵਸਨੀਕ ਆ, ਇੱਥੋਂ ਬਜ਼ੁਰਗ ਨੇ, ਉਹਨਾਂ ਤੋਂ ਵੀ ਜਾਣਕਾਰੀ ਲਵਾਂਗੇ ਕਿ ਉਸ ਘਟਨਾ ਦੇ ਵਿੱਚ, ਉਸ ਸਾਰੇ ਪ੍ਰੋਸੈਸ ਦੇ ਵਿੱਚ ਹੁੰਦਾ ਕੀ ਆ ਕਿ ਨਵਾਬ ਦੀ ਫੌਜ ਇੱਥੇ ਆਉਂਦੀ ਆ। ਨਵਾਬ ਦੀ ਫੌਜ ਇੱਥੇ ਜਿਹੜੀ ਚੱਲ ਰਹੀ ਮੀਟਿੰਗ ਦੇ ਵਿੱਚ, ਜਿਹਦੇ ਵਿੱਚ ਸੈਂਕੜੇ ਲੋਕ ਇਕੱਠੇ ਹੋਏ ਸੀ, ਉਹਨਾਂ ਦੇ ਉੱਤੇ ਸ਼ਰੇਆਮ ਗੋਲੀ ਚਲਾ ਲੈਂਦੀ ਹੈ। ਗੋਲੀ ਚੱਲਦੀ ਆ, ਗੋਲੀ ਦੇ ਵਿੱਚ 18 ਸ਼ਹੀਦ ਹੁੰਦੇ ਆ। ਇਸ ਪਿੰਡ ਦੇ ਜਿਹੜੇ ਮੁਜ਼ਾਹਰੇ ਕਿਸਾਨ ਸੀ, ਉਹ ਸ਼ਹਾਦਤ ਪਾਉਂਦੇ ਆ ਉਸ ਕਿਸਾਨ ਸੰਘਰਸ਼ ਦੇ ਵਿੱਚ। ਔਰ ਉਸ ਤੋਂ ਬਾਅਦ ਜਿਹੜਾ ਉਸ ਮੂਵਮੈਂਟ ਨੂੰ ਦਬਾਇਆ ਜਾਂਦਾ, ਪਰ ਉਸ ਤੋਂ ਬਾਅਦ ਲਗਾਤਾਰ ਜਿਹੜੀਆਂ ਮੂਵਮੈਂਟਾਂ ਅੱਗੇ ਵੱਧਦੀਆਂ ਨੇ, ਲਾਲ ਪਾਰਟੀ ਦੀ ਅਗਵਾਈ ਦੇ ਵਿੱਚ ਵੀ, ਤੇਜਾ ਸਿੰਘ ਸੁਤੰਤਰ ਦੀ ਅਗਵਾਈ ਦੇ ਵਿੱਚ ਵੀ ਜਿਹੜੀਆਂ ਮੂਵਮੈਂਟ ਹੋਈ ਆ, ਅਤੇ ਉਹ ਸਾਰੀਆਂ ਮੂਵਮੈਂਟਸ ਇੱਥੇ ਪਣਪਦੀਆਂ ਨੇ ਪੰਜਾਬ ਦੀ ਧਰਤੀ 'ਤੇ।
ਪਰ ਉਹਦੇ ਵਿੱਚ ਕਠਾਲੇ ਦਾ ਇਤਿਹਾਸ ਇਹ ਆ ਕਿ 1927 ਦੇ ਵਿੱਚ ਜਿਹੜੀ ਇਹ ਮੂਵਮੈਂਟ ਇੱਥੇ ਲੜੀ ਜਾਂਦੀ ਆ। ਤੁਸੀਂ ਦੇਖ ਸਕਦੇ ਹੋ ਇਹ ਉਹ ਦਰਵਾਜ਼ਾ ਆ ਜਿਹਨੂੰ ਅੱਜ ਸ਼ਹੀਦੀ ਦਰਵਾਜ਼ੇ ਦੇ ਨਾਂ ਨਾਲ ਜਾਣਿਆ ਜਾਂਦਾ। ਤੁਸੀਂ ਦੇਖ ਸਕਦੇ ਹੋ ਕਿ ਉਹ ਗੋਲੀਆਂ ਦੇ ਨਿਸ਼ਾਨ ਅੱਜ ਵੀ ਮੌਜੂਦ ਨੇ। ਹਾਲਾਂਕਿ ਸਰਕਾਰਾਂ ਦੇ ਜਿਹੜੇ ਪੁਰਾਤਤਵ ਵਿਭਾਗ ਨੇ ਉਹਨਾਂ ਦੀ ਬਹੁਤ ਵੱਡੀ ਕਮਜ਼ੋਰੀ ਰਹੀ ਆ, ਕਿਉਂਕਿ ਜਿਨ੍ਹਾਂ ਨੇ ਇਤਿਹਾਸ ਨੂੰ ਸਾਂਭਣਾ ਹੁੰਦਾ, ਜਿਨ੍ਹਾਂ ਨੇ ਇਤਿਹਾਸਕ ਧਰੋਹਰਾਂ ਨੇ ਜਿਹੜੀਆਂ ਸਾਡੀਆਂ ਉਹਨਾਂ ਨੂੰ ਸਾਂਭਣਾ ਹੁੰਦਾ, ਉਹਨਾਂ ਦਾ ਕੋਈ ਧਿਆਨ ਨਹੀਂ ਇਹਨਾਂ ਇਤਿਹਾਸਕ ਧਰੋਹਰਾਂ ਨੂੰ ਸਾਂਭਣ ਵੱਲ। ਤੇ ਇਹਦੇ ਵਿੱਚ ਗੋਲੀਆਂ ਦੇ ਨਿਸ਼ਾਨ ਤੁਸੀਂ ਦੇਖ ਸਕਦੇ ਹੋ, ਬਹੁਤ ਸਾਰੇ ਨਿਸ਼ਾਨ ਜਿਹੜੇ ਕਵਰ ਵੀ ਕਰ ਦਿੱਤੇ ਗਏ ਹੋਣਗੇ, ਕਿਉਂਕਿ ਜਿਹੜੇ ਇੱਥੇ ਇਹਦੀ ਰੈਨੋਵੇਸ਼ਨ ਕਰਦੇ ਆ ਉਹ ਮਹਾਰਤ ਹਾਸਲ ਨਹੀਂ ਹੁੰਦੀ ਉਹਨਾਂ ਨੂੰ ਵੀ ਇਤਿਹਾਸ ਨੂੰ ਕਿਵੇਂ ਸਾਂਭਣਾ। ਤੇ ਕੀ ਘਟਨਾ ਵਾਪਰੀ, ਸਾਰੀ ਘਟਨਾ ਕਿੱਦਾਂ ਵਾਪਰੀ, ਪਿੰਡ ਦੇ ਬਜ਼ੁਰਗ ਮੌਜੂਦ ਨੇ, ਆਪਾਂ ਉਹਨਾਂ ਨਾਲ ਗੱਲ ਕਰਾਂਗੇ ਕਿ ਘਟਨਾ ਕੀ ਸੀ। ਸਤਿ ਸ਼੍ਰੀ ਅਕਾਲ ਜੀ ਬਜ਼ੁਰਗੋ। ਸਰ ਕੀ ਨਾਮ ਹੈ ਜੀ ਆਪਣਾ? ਦਰਸ਼ਨ ਸਿੰਘ। ਦਰਸ਼ਨ ਸਿੰਘ ਜੀ, ਤੁਹਾਡੇ ਪਿੰਡ ਦੇ ਵਿੱਚ ਜਿਹੜਾ ਸ਼ਹੀਦੀ ਗੇਟ ਬਣਿਆ ਹੋਇਆ, ਸ਼ਹੀਦੀ ਦਰਵਾਜ਼ਾ, ਤੇ ਇਹਦੇ ਇਤਿਹਾਸ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਉਂਗੇ? ਤੁਸੀਂ ਪਿੰਡ ਦੇ ਰਹਿਣ ਵਾਲੇ ਹੋ ਤੇ ਪਿੰਡ 'ਚ ਕੀ ਕੀ ਘਟਨਾਵਾਂ ਵਾਪਰੀਆਂ ਸੀ ਇਹ, ਤੇ ਕਿਸ ਘਟਨਾ ਨੂੰ ਲੈ ਕੇ ਇਹ ਦਰਵਾਜ਼ਾ ਬਣਿਆ? ਉਸ ਵੇਲੇ ਸਾਡੇ ਇਹ ਰਿਆਸਤ ਮਲੇਰਕੋਟਲਾ ਹੁੰਦੀ ਸੀ, ਉਹਦਾ ਜਿਹੜਾ ਨਵਾਬ ਮਲੇਰਕੋਟਲਾ ਸੀ ਉਹ ਇਸ ਦਾ ਮਾਲਕ ਸੀ। ਜਿਹੜੇ ਕਿਸਾਨ ਨੇ ਉਹਨਾਂ ਕੋਲ ਕੋਈ ਜ਼ਮੀਨ ਦੀ ਮਾਲਕੀ ਨਹੀਂ ਸੀ, ਉਹ ਉਹੀ ਮਾਲਕ ਸੀ। ਉਹ ਜਦੋਂ ਜੀ ਕਰਦਾ ਸੀ ਉਹ ਢਾਲ ਮਾਮਲਾ ਉਦੋਂ ਹੀ ਲੈਣ ਆ ਜਾਂਦੀ। ਸਾਲ ਦੇ ਵਿੱਚ 2 ਵਾਰੀ ਹੱਕ ਹੁੰਦਾ, ਉਹ ਕਿੰਨੀ ਵਾਰੀ ਲੈ ਜਾਂਦਾ ਸੀ। ਜਦ ਲੋਕ ਉਹਦਾ ਵਿਰੋਧ ਕਰਦੇ ਤੇ ਉਹ ਉਹਨਾਂ 'ਤੇ ਤਸੱਦਦ ਕਰਦਾ ਸੀ। ਸਾਡੇ ਪਿੰਡ ਦੇ ਵਿੱਚ ਚੌਂਕੀ ਬੈਠੀ ਹੁੰਦੀ ਸੀ, ਕਿਉਂਕਿ ਸਾਡਾ ਪਿੰਡ ਜਿਹੜਾ ਆਗੂ ਸੀਗਾ ਇਸ ਲਹਿਰ ਦਾ, ਪਰਜਾ ਮੰਡਲ ਲਹਿਰ ਦੇ ਤਹਿਤ ਮਤਲਬ ਇਹ ਚੱਲ ਰਹੀ ਸੀ ਜਿਹੜੀ ਲਹਿਰ ਨਵਾਬ ਦੇ ਖਿਲਾਫ, ਤੇ ਉਹ ਉਹਨਾਂ ਨੂੰ ਮਤਲਬ ਲੋਕਾਂ ਨੂੰ ਤੰਗ ਕੀਤਾ ਜਾਂਦਾ ਸੀ। ਫੜ ਕੇ ਇੱਥੇ ਹੀ ਮਤਲਬ ਜੇਲ੍ਹ ਬਣਾਈ ਹੋਈ ਸੀ, ਇੱਕ ਤਰ੍ਹਾਂ ਦੀ ਚੌਂਕੀ ਬੈਠੀ ਸੀ। ਸਾਡੇ ਪਿੰਡ 'ਤੇ ਖਾਸ ਨਜ਼ਰ ਰੱਖੀ ਜਾਂਦੀ, ਕਿਉਂਕਿ ਸਾਡੇ ਲੋਕ ਜਿਹੜੇ ਉਹ ਆਗੂ ਰੋਲ ਅਦਾ ਕਰਦੇ ਸੀ। ਦੂਜੀ ਗੱਲ, ਇਹ ਜਿਹੜਾ ਨਵਾਬ ਸੀਗਾ ਮਲੇਰਕੋਟਲਾ, ਇਹ ਅੰਗਰੇਜ਼ਾਂ ਦਾ ਹੋ ਸੀ, ਕਿਉਂ ਉੱਪਰ ਅੰਗਰੇਜ਼ਾਂ ਦਾ ਰਾਜ ਸੀ। ਇਹ ਸਾਡੇ ਜਿਹੜਾ ਹੈਗਾ ਪਿੰਡ ਰਿਆਸਤ ਛੋਟੀ ਸੀ, ਅੰਗਰੇਜ਼ ਇਸ ਨੂੰ ਤੋੜਦੇ ਸੀ। ਨਵਾਬ ਨੇ 2 ਨਾਂ ਰੱਖਤੇ ਜਿਹੜੇ ਅੱਜ ਵੀ ਮਾਲ ਮਹਿਕਮੇ ਦੇ ਵਿੱਚ ਕਠਾਲਾ ਤੇ ਆਪਣੇ ਫਿਰੋਜ਼ਪੁਰ, ਪੰਜਗਰਾਈਆਂ, ਫਤਿਹਗੜ੍ਹ, ਸ਼ੇਰਗੜ੍ਹ, ਚੀਮਾ, ਈਸਾਪੁਰ, ਲੰਡਾ, ਇਸ ਤਰ੍ਹਾਂ ਵਜੀਦਪੁਰ, ਵਧੇਸੇ, ਗੁਰਬਖਸ਼ਪੁਰਾ ਤੇ ਗੰਡੇਵਾਲ, ਇਹ 2 ਨਾਂ ਅੱਜ ਵੀ ਚੱਲ ਰਹੇ ਨੇ। ਉਹ ਕਿਉਂ? ਉਸ ਕਰਕੇ ਉਹ ਦੁੱਗਣਾ ਮੰਗਦੇ ਤੇ ਉਹਨਾਂ ਤੋਂ ਉਹ ਅੰਗਰੇਜ਼ ਜਿਹੜੇ ਹੈਗੇ ਨੇ, ਯਾਨੀ ਇੱਕ ਰਿਆਸਤ ਦੇ 2 ਨਾਂ ਰੱਖ ਕੇ ਤਾਂ ਕਿ ਵੱਧ ਮਾਲੀਆ ਇਕੱਠਾ ਹਾਂ, ਮਾਲੀਆ ਜਿਹੜਾ ਹੈਗਾ ਨਾ, ਉਹ ਮਾਲੀਆ ਜਿਹੜਾ ਇੱਕ ਪਿੰਡ ਦੇ 2 ਨਾਂ ਰੱਖ ਕੇ ਦੁੱਗਣੀ ਉਹਨੂੰ ਰਿਆਸਤ ਦਿਖਾਤੀ। ਮੇਰੇ ਕੋਲ ਇੰਨੀ ਜ਼ਮੀਨ ਹੈ। ਉਹ ਤਾਂ ਹੀ ਉਹ ਵਾਰ-ਵਾਰ ਮਤਲਬ ਅੰਗਰੇਜ਼ਾਂ ਨੂੰ ਕਹਿੰਦੇ ਸੀ, ਉਹ ਵਾਰ-ਵਾਰ ਮਾਮਲਾ ਢਾਲ ਲੈਣ ਆਉਂਦਾ ਸੀ। ਇਹ ਕਾਰਨ ਸੀ। ਮਾਮਲਾ ਡਬਲ ਕਾਰਨ ਇਹ ਹੋਇਆ ਜੀ, ਜਦੋਂ ਰਿਆਸਤ ਮਲੇਰਕੋਟਲੇ ਦੇ ਪਿੰਡ ਘੱਟ ਕੇ ਇਆਸ ਜਿਹੜਾ ਨਵਾਬ ਸੀ, ਉਹਨੇ ਆਪਣੇ ਪਿੰਡ ਵੇਚ ਤੇ ਆਪਣੇ ਰਿਆਸਤ ਛੋਟੀ ਹੋਣ ਕਰਕੇ ਸੇਵਾ ਸਿੰਘ ਠੀਕਰੀ ਵਾਲੀ ਦੀ ਅਗਵਾਈ ਹੇਠ ਪਰਜਾ ਮੰਡਲ 'ਚ ਜਥੇਬੰਦ ਹੋਏ। ਇਹ ਸਾਡੇ ਕਠਾਲੇ ਪਿੰਡ ਦੇ ਕਿਸਾਨ ਸੰਘਰਸ਼ ਦੇ ਰਾਹ ਪਏ ਹੋਏ ਸੀ। ਜਦੋਂ ਇਹਨਾਂ ਨੇ ਵਾਇਸਰਾਏ ਨੂੰ ਮਿਲਣ ਜਾਣਾ ਸੀ ਇਹਦੇ ਜ਼ੁਲਮਾਂ ਦੇ ਖਿਲਾਫ, ਉਸ ਵੇਲੇ ਉਹ ਟਾਈਮ ਦੀ ਨਾਲ ਸੂਹ ਲੈ ਕੇ ਵਿੱਚ, ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਹਰੇਕ ਪਿੰਡ ਦੇ ਵਿੱਚ ਹਰੇਕ ਜਗ੍ਹਾ 'ਤੇ ਉਹ ਮਹਾਂਗਦਾਰ ਵੀ ਹੁੰਦੇ ਨੇ। ਉਸ ਲੋਕਾਂ ਨੇ ਗਦਾਰੀ ਕਰਕੇ ਉਹਨੂੰ CID ਦੇ ਜਿਹੜੀ ਪਿੰਡ ਨੂੰ ਸੀਲ ਕਰ ਲਿਆ। ਬਾਹਰੋਂ ਇੱਕ ਕਿਸਾਨ ਘਰ ਨੂੰ ਆ ਰਿਹਾ ਸੀ ਖੇਤ ਦੇ ਵਿੱਚੋਂ, ਉਹ ਕਿਸਾਨ ਦੇ ਨਾਲ ਤਕਰਾਰ ਹੋਇਆ। ਉਹ ਕਹਿੰਦਾ ਮੇਰਾ ਪਿੰਡ ਹੈ, ਅਸੀਂ ਕੰਮ ਕਰਦੇ ਹਾਂ। ਉਹਦਾ ਉੱਥੇ ਝਗੜਾ, ਉਹਨੇ ਕਹੀ ਵੀ ਮਾਰੀ ਕਿਸੇ ਘੋੜੇ ਦੇ। ਉਦੋਂ ਬਾਅਦ ਇਹ ਜਗ੍ਹਾ ਤੋਂ ਸਿੱਧੀਆਂ ਗੋਲੀਆਂ ਚੱਲ ਪਈਆਂ। ਇੱਥੇ ਲੋਕਾਂ ਨੇ ਰਵਾਇਤੀ ਹਥਿਆਰਾਂ ਦੇ ਨਾਲ, ਡਾਂਗਾਂ ਸੋਟਿਆਂ ਦੇ ਨਾਲ, ਗੰਡਾਸਿਆਂ ਦੇ ਨਾਲ ਮੁਕਾਬਲਾ ਕੀਤਾ, ਜਿਹਦੇ ਵਿੱਚ 11 ਸ਼ਹੀਦ ਹੋ ਗਏ, ਬਾਕੀ ਫੱਟੜ ਹੋ ਗਏ। ਯਾਨੀ ਇਹ ਸਾਡੇ ਪਿੰਡ ਦੀ ਇਸ ਗੋਲੀ ਦਾ ਇਤਿਹਾਸ ਹੈ। ਇਤਿਹਾਸ ਇਹ ਹੈ ਵੀ ਜਦੋਂ ਮਾਲੀਆ ਡਬਲ ਕਰਤਾ, ਕਿਸਾਨਾਂ ਕੋਲ ਆਮਦਨ ਦੇ ਇੰਨੇ ਸੋਰਸ ਹੈ ਹੀ ਨਹੀਂ ਸੀਗੇ, ਉਹਨਾਂ ਨੂੰ ਉਹ ਦੇਣਾ ਵੀ ਔਖਾ ਹੋਇਆ। ਬਾਕੀ ਹੋਰ ਜਿਹੜੇ ਸਾਡੇ ਤੋਂ ਪਹਿਲਾਂ ਪੁਰਾਣੇ ਬਜ਼ੁਰਗ ਨੇ ਉਹਨਾਂ ਨੂੰ ਵੀ ਜ਼ਿਆਦਾ ਪਤਾ ਹੈ, ਬਜ਼ੁਰਗਾਂ ਨਾਲ ਵੀ। ਜ਼ਿਮੀਂਦਾਰ ਕਮੇਟੀ ਬਣਾਈ ਸੀ ਉਦੋਂ, ਮਤਲਬ ਜਿਹੜਾ ਵਾਇਸਰਾਏ ਸੀਗਾ ਉਹਨੂੰ ਵਾਇਸਰਾਏ ਅਸੀਂ ਮੁੱਖ ਮੰਤਰੀ ਕਹਿੰਦੇ ਹਾਂ, ਵਾਇਸਰਾਏ ਹੁੰਦਾ ਸੀ। ਉਹ ਬਹਿੰਦਾ ਸੀਗਾ ਸ਼ਿਮਲੇ। ਸਾਡੇ ਲੋਕਾਂ ਨੇ ਉਹਦੇ ਕੋਲੇ ਜਾ ਕੇ ਮਤਲਬ ਇਹਦੀ ਸ਼ਿਕਾਇਤ ਕੀਤੀ। ਉਹਨੇ ਇਹਨਾਂ ਨੂੰ ਬੁਲਾ ਲਿਆ, ਜ਼ਿਮੀਂਦਾਰ ਕਮੇਟੀ ਨੂੰ, ਵਾਇਸਰਾਏ ਨੇ। ਪਰ ਸਾਡੇ ਲੋਕ ਜਿਹੜੇ ਤੁਹਾਨੂੰ ਦੱਸਿਆ ਵਿੱਚ ਟੋਡੀ ਸੇ, ਉਹਨਾਂ ਨੇ ਦੱਸਤਾ ਵੀ ਤੇਰੀ ਸ਼ਿਕਾਇਤ ਕਰਤੀ ਉਹਨਾਂ ਨੇ। ਤੇ ਉਹਨੇ ਆ ਕੇ ਮਤਲਬ ਆਹ ਰਾਮ ਮਲੇਰਕੋਟਲੇ ਨੂੰ ਜਾਂਦਾ ਸੀ ਉਦੋਂ। ਪਹਿਲਾਂ ਇਹਨੂੰ ਸ਼ਹਿਰ ਦਾ ਦਰਵਾਜ਼ਾ ਕਹਿੰਦੇ ਸੀ, ਹੁਣ ਇਹਨੂੰ ਸ਼ਹੀਦੀ ਦਰਵਾਜ਼ਾ ਕਹਿੰਦੇ ਨੇ। ਤੇ ਉਹਨੇ ਆ ਕੇ ਪਿੰਡ ਨੂੰ ਘੇਰਾ ਪਾ ਲਿਆ। ਉਹ ਆਇਆ ਤਾਂ ਦਬਕਾ ਮਾਰਨ ਸੀ, ਪਰ ਲੋਕਾਂ ਦਾ ਵਿਰੋਧ ਹੋ ਗਿਆ।
ਮੇਰ ਮੁਹੰਮਦ ਖਾਨ ਉਹਦਾ ਜਰਨਲ ਹੁੰਦਾ ਸੀ, ਉਹ ਨਵਾਬ ਦਾ। ਉਹਨੇ ਪਿੰਡ ਤੇ ਗੋਲੀ ਚਲਾਤੀ। ਜਦੋਂ ਆਲੇ ਦੁਆਲੇ ਦੇ ਪਿੰਡ ਸਾਡੇ ਇਕੱਠੇ, ਆਲੇ ਦੁਆਲੇ ਦੇ ਮਾਹੌਂਦਪੁਰ, ਗੰਡੇਵਾਲ, ਪੰਜ ਗਰਾਈਆਂ ਨੇੜੇ ਦੇ ਪਿੰਡ ਆਉਣ ਲੱਗੇ, ਉਹਨੇ ਆਖਿਆ ਬਾਹਲਾ ਕਤਲੇਆਮ ਹੋ ਜੂ। ਫਿਰ ਉਹ ਚਲਿਆ ਗਿਆ। ਜਿਹੜੇ ਬੰਦੇ ਸਾਡੇ ਮਾਰੇ ਗਏ ਉਹਨਾਂ ਦੀਆਂ ਲਾਸ਼ਾਂ ਤੱਕ ਵੀ ਨਹੀਂ ਦਿੱਤੀਆਂ। ਬਾਕੀ ਕਿੰਨੇ ਸਾਲ ਜੇਲ੍ਹਾਂ 'ਚ ਵੀ ਰਹੇ ਨੇ। ਤੇ ਇੱਕ ਕੇਰ ਸਿੰਘ ਚੱਕ ਹੁੰਦਾ ਸੀ, ਉਹਦੀ ਅਗਵਾਈ ਦੇ ਵਿੱਚ ਸਾਡੇ ਲੋਕ ਜਾਣੀ ਬਚਨ ਸਿੰਘ ਘਨੌਰ ਹੁੰਦਾ ਸੀਗਾ। ਗਿਆਨੀ ਕੇਰ ਸਿੰਘ ਚੱਕ ਜੀ ਦੀ ਗੱਲ ਕਰਦੇ ਹੋ? ਕੇਰ ਸਿੰਘ ਚੱਕ, ਜਿਨ੍ਹਾਂ ਨੇ ਲਿਖਿਆ ਵੀ ਹੈਗਾ। ਹਾਂ, ਜਿਨ੍ਹਾਂ ਨੇ ਇਹਦਾ ਇਤਿਹਾਸ ਵੀ ਲਿਖਿਆ। ਉਹ ਛੋਟੇ ਚੱਕ ਦਾ ਸੀਗਾ। ਤੇ ਪੰਡਤ ਬਿਜਲਾ ਸਿੰਘ ਨੱਥੂ ਮਾਜਰਾ ਤੇ ਇਹੋ ਜਿਹੇ ਆਪਣੇ ਇਹ ਬਚਨ ਸਿੰਘ ਘਨੌਰ, ਇਹ ਸਾਡੇ ਮਤਲਬ ਬਹੁਤ ਕਿਸਾਨਾਂ ਦੇ ਜਿਹੜੇ ਹਮਦਰਦ ਤੇ ਅਗਵਾਈ ਵੀ ਕਰਦੇ ਸੀ ਤੇ ਮਤਲਬ ਸਮੇਂ-ਸਮੇਂ ਤੇ ਇਹਨਾਂ ਦੇ ਨਾਲ ਅੰਦੋਲਨ ਵੀ ਕਰਦੇ ਸੀ। ਹਾਂ, ਇਹ ਪਰਜਾ ਮੰਡਲ ਲਹਿਰ ਦੇ ਤਹਿਤ ਸਾਡੇ ਮਤਲਬ ਇਹ ਗੋਲੀ ਚੱਲੀ ਆ। ਤੇ ਸੇਵਾ ਸਿੰਘ ਠੀਕਰੀਵਾਲ ਤਾਂ ਪਹਿਲਾਂ ਗੁਰਦੁਆਰਾ ਸੁਧਾਰ ਲਹਿਰ 'ਚ ਹੁੰਦਾ ਸੀ। ਇਹ ਸਾਕੇ ਦੇ ਕਰਕੇ ਸੇਵਾ ਸਿੰਘ ਠੀਕਰੀਵਾਲ ਉਹ ਗੁਰਦੁਆਰਾ ਸੁਧਾਰ ਲਹਿਰ ਛੱਡ ਕੇ ਪਰਜਾ ਮੰਡਲ ਲਹਿਰ ਛੱਡਿਆ। ਪਰਜਾ ਮੰਡਲ ਲਹਿਰ ਤਹਿਤ ਉਹਨੇ ਫਿਰ ਆਪਣੀ ਕੁਰਬਾਨੀ ਦਿੱਤੀ ਹੈ ਸੇਵਾ ਸਿੰਘ ਠੀਕਰੀਵਾਲ ਨੇ। ਉਹ ਵੀ ਮਤਲਬ ਇਹਦੇ ਨਾਲ ਜੁੜ ਗਿਆ ਸੀ। ਉਹ ਵੀ ਆਗੂ ਮਤਲਬ ਰੋਲ ਅਦਾ ਕਰਦਾ ਰਿਹਾ ਫਿਰ ਮਰਦੇ ਦਮ ਤੱਕ। ਇਹ ਉਹਨਾਂ ਦੇ ਵਾਰਸ ਕੋਈ ਹੈ ਜਿਹੜੇ ਉਸ ਲਹਿਰ ਦੇ ਵਿੱਚ ਸ਼ਹੀਦ ਹੋਏ ਆ? ਲਿਸਟ ਹੈ ਉਹਨਾਂ ਲੱਗੀ ਹੋਈ ਹੈ, 11 ਸ਼ਹੀਦਾਂ ਦੀ ਲਿਸਟ ਲੱਗੀ ਹੋਈ ਹੈ। ਕੋਈ ਉਹਨਾਂ ਦੇ ਵਾਰਸ ਇਸ ਵਕਤ ਹੈ ਮੌਜੂਦ ਜੀ? ਹੈ ਜੀ ਵਾਰਸ ਆਪਣੇ ਆਓ ਜਾਂਦੇ ਹਰੀਦ ਦੇ ਭਰਜਾਈ ਆ ਗੁਰਮੇਲ ਕੌਰ ਬੁੜੀ, ਤੇ ਉਹਨਾਂ ਦੇ ਘਰ ਵਾਲਾ ਰੂਪ ਸਿੰਘ ਕਾਕਾ ਸਿੰਘ ਜੀ। ਹਾਂਜੀ, ਉਹਨਾਂ ਨੂੰ ਵਕੀਲ ਜਰੀਏ ਨੂੰ ਪਤਾ ਨਹੀਂ। ਦੇਖੋ ਟਾਈਮ ਵੀ 100 ਸਾਲ ਤਕਰੀਬਨ ਹੋ ਚੁੱਕਿਆ ਹੈ ਇਸ ਘਟਨਾ ਨੂੰ, ਹੈ ਨਾ। ਤੇ ਇਹਦੇ ਵਿੱਚ ਕੋਈ ਗਵਰਨਮੈਂਟ ਨੇ ਇਸ ਇਤਿਹਾਸ ਨੂੰ ਸਾਂਭਣ ਲਈ ਕੋਈ ਭੂਮਿਕਾ ਨਿਭਾਈ ਹੈ ਕਦੇ ਤੁਹਾਨੂੰ ਲੱਗੇ? ਉਸ ਵੀ ਸਾਡੇ ਪਿੰਡ ਨੂੰ ਇਹਨਾਂ ਸ਼ਹੀਦਾਂ ਦੇ ਕੁਰਬਾਨੀ ਦਾ ਸਾਨੂੰ ਕੋਈ ਵੀ ਸਾਡੇ ਪਿੰਡ ਨੂੰ ਵਾਧੂ ਕੋਈ ਸਹਾਇਤਾ ਨਹੀਂ ਦਿੱਤੀ ਗਈ। ਕੋਈ ਕਿਸੇ ਤਰ੍ਹਾਂ ਦਾ ਸਰਕਾਰੀ ਸੈਕਟਰ ਦਾ ਕੋਈ ਕਾਰੋਬਾਰ ਨਹੀਂ ਇੱਥੇ ਤੋਰਿਆ ਗਿਆ। ਯਾਨੀ ਪਿੰਡ ਦੀ ਜਿਹੀ ਕੁਰਬਾਨੀਆਂ, ਇੱਥੇ ਦੇ ਇਤਿਹਾਸ ਨੂੰ ਵੀ ਨਹੀਂ ਸਾਂਭਿਆ ਗਿਆ। ਗਿਆਨੀ ਕੇਰ ਸਿੰਘ ਜੀ ਉਹ ਤਾਂ ਸੁਰਗਵਾਸ ਹੋ ਗਏ ਸੀ। ਉਹਦੀਆਂ ਕੁਛ ਲਿਖਤਾਂ ਅਸੀਂ ਪਿੰਡ ਸੁਧਾਰ ਸਭਾ ਦੇ ਵਿੱਚ ਔਰਗੇਨਾਈਜ਼ ਹੋ ਕੇ ਤੇ ਉਦੋਂ ਅਸੀਂ ਕੋਸ਼ਿਸ਼ ਕੀਤੀ ਸੀ, ਪਰ ਜਦੋਂ ਅਸੀਂ ਪੜ੍ਹ ਕੇ ਇੱਥੋਂ ਨੌਕਰੀਆਂ 'ਤੇ ਚਲੇ ਗਏ ਉਹ ਵੀ ਕੰਮ ਅਧੂਰਾ ਰਹਿ ਗਿਆ। ਉਹਨਾਂ ਦਾ ਲਿਟਰੇਚਰ ਜਿਹੜਾ ਲਿਖਿਆ ਹੋਇਆ ਸੀ ਨਾ ਰੋਜ਼ਨਾਮਚੇ ਦੇ ਵਿੱਚੋਂ ਅਸੀਂ ਕੱਢ ਰਹੇ ਸੀ। ਉਹ ਮਾਸਟਰ ਮੱਗਰ ਸਿੰਘ ਜਿਹੜੇ ਸੁਰਗਵਾਸ ਹੋ ਗਏ, ਉਹਨਾਂ ਦੀ ਮਤਲਬ ਅਗਵਾਈ ਥੱਲੇ ਉਹਦੀ ਖੋਜ ਕਰ ਰਹੇ ਸੀਗੇ, ਪਰ ਉਹ ਸਿਰੇ ਨਹੀਂ ਚੜ੍ਹੀ। ਬਾਕੀ ਜਿਹੜੇ ਪਿੰਡ ਦੇ ਲੋਕ ਜੇ ਉਹਨਾਂ ਨੇ ਇਸ ਸਾਨਾਮਤੀ ਕੁਰਬਾਨੀ ਨੂੰ ਇੰਨਾ ਗੌਲਿਆ ਨਹੀਂ ਵੀ ਇਹ ਸਾਡਾ ਦੇਸ਼ ਦੇ ਸਾਡਾ ਜਿਹੜਾ ਪਿੰਡ ਹੈ ਦੇਸ਼ ਦੇ ਵਿੱਚ ਉਹਨਾਂ ਪਿੰਡਾਂ ਦੇ ਵਿੱਚ ਹੈ ਜਿਹੜੇ ਦੇਸ਼ ਦੇ ਸੰਘਰਸ਼ ਦੀ ਖਾਤਰ, ਜਦੋਂ ਕਿ ਸਾਮਰਾਜ ਬਰਤਾਨੀਆ ਦਾ ਰਾਜ ਸੀ, ਤੀਜੀ ਗੁਲਾਮੀ ਸਹਿ ਰਹੇ ਸੀ। ਪਹਿਲਾਂ ਉੱਤੇ ਸਾਮਰਾਜ, ਉਦੋਂ ਥੱਲੇ ਇਹ ਨਵਾਬ, ਬਾਕੀ ਰਹਿੰਦੇ ਖੂੰਹਦੇ ਜਿਹੜੇ ਖੱਦਰ ਪੋਸ਼ ਸੀ ਉਹ ਲੋਕਾਂ ਨੂੰ ਲੁੱਟ ਰਹੇ। ਲੋਕਾਂ ਦੀ ਜਿਹੜੀ ਜ਼ਿੰਦਗੀ ਸੀ ਨਾ ਉਹ ਬਹੁਤ ਬਦਤਰ ਸੀ। ਕਿਸਾਨ ਦਾ ਤਾਂ ਬਹੁਤ ਬੁਰਾ ਹਾਲ ਸੀ। ਕਿਸਾਨ ਜਾਣੀ ਹੋਰ ਕੋਈ ਕੌਮ ਡਰਦੇ ਜ਼ਮੀਨ ਦੀ ਦਿਲਾਂ ਦੇ ਵੀ ਸਾਤੋਂ ਇਹ ਸੈਕਟਰ ਦੇ ਵਿੱਚ ਨਵਾਬ ਜਿਨ੍ਹਾਂ ਨੇ ਹਾਂ ਦਾ ਨਾਅਰਾ ਮਾਰਿਆ ਸੀ ਵੀ ਇਹਨਾਂ ਦਾ ਜਿਹੜਾ ਸੰਬੰਧ ਸੀ ਰਿਸ਼ਤੇ ਦੇ ਤੌਰ ਤੇ, ਜਾਂ ਉਹਨਾਂ ਦੇ ਵਾਰਸ ਸੀ ਇਹ, ਜਾਂ ਇੱਕ ਇਹ ਸੁਣਨ 'ਚ ਆਇਆ ਵੀ ਜਿਨ੍ਹਾਂ ਨੇ ਉਸ ਵਕਤ ਹਾਂ ਦਾ ਨਾਅਰਾ ਮਾਰਿਆ ਸੀ ਉਹ ਉਸ ਵਕਤ ਵੀ ਉਹਨਾਂ ਦੀ ਫੌਜ ਇੱਥੋਂ ਦੇ ਪਿੰਡਾਂ ਦੇ ਵਿੱਚ ਜਿਹੜਾ ਲੋਕਾਂ ਨਾਲ ਧੱਕਾ ਕਰਦੀ ਰਹੀ ਆ, ਲੋਕਾਂ ਦੀਆਂ ਜ਼ਮੀਨਾਂ ਖੋਹਦੀ ਰਹੀ ਆ ਮਾਲੀਆ ਇਕੱਠਾ ਕਰਨ ਦੇ ਨਾਮ ਦੇ ਉੱਤੇ। ਉਹਦੇ ਬਾਰੇ ਕੋਈ ਚਾਨਣਾ ਪਾਓਗੇ? ਨਾਨਕ ਸਿੰਘ ਦੀਆਂ ਲਿਖਤਾਂ ਕਹਿੰਦੀਆਂ ਨੇ ਵੀ ਇਹ ਜਿਹੜਾ ਹਾਂ ਦਾ ਨਾਅਰਾ ਮਾਰਿਆ ਇਹ ਹੈ ਨਹੀਂ, ਇਹ ਉਹੀ ਇਤਿਹਾਸ ਬਣਾਇਆ। ਨਾਨਕ ਸਿੰਘ ਦਾ ਇੱਕ ਨਾਵਲ ਲਿਖਿਆ ਹੈ ਅਨੂਪ ਕੌਰ, ਉਹਦੇ ਵਿੱਚ ਸਾਰਾ ਹਾਲ ਲਿਖਿਆ ਹੋਇਆ ਵੀ ਇਹ ਜਿਹੜਾ ਹਾਂ ਦਾ ਨਾਅਰਾ ਐਵੇਂ ਬਣਾਇਆ ਹੋਇਆ, ਕੋਈ ਹਾਂ ਦਾ ਨਾਅਰਾ ਨਹੀਂ। ਉਹ ਤਾਂ ਸਗੋਂ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਬੇਗਮਾਂ ਸੀ, ਮਤਲਬ ਧਰਮ ਪਤਨੀਆਂ ਸੀਗੀਆਂ, ਅਨੂਪ ਕੌਰ ਵੀ ਇਹਦੀ ਧਰਮ ਪਤਨੀ ਸੀ, ਵੀ ਉਹਨਾਂ ਦੇ ਪਿੱਛੇ ਵੀ ਸਰਹੰਦ ਵਾਲਾ ਵੀ ਉਹ ਅਤੇ ਮਲੇਰਕੋਟਲੇ ਵਾਲੇ ਵੀ ਫਿਰਦੇ ਰਹੇ ਨੇ। ਇਹ ਨਾਨਕ ਸਿੰਘ ਕਰ ਰਿਹਾ। ਨਾਨਕ ਸਿੰਘ ਬਾਰੇ ਤਾਂ ਤੁਸੀਂ ਜਾਣਦੇ ਨਾ। ਹਾਂ, ਉਹਦੀ ਲਿਖਤ ਹੈ, ਮੈਂ ਪੜ੍ਹੀ ਆ ਵੀ ਇਹ ਤਾਂ ਐਵੇਂ ਬਣਾਇਆ ਹੋਇਆ, ਕੋਈ ਹਾਂ ਦਾ ਨਾਅਰਾ ਨਹੀਂ ਮਾਰਿਆ। ਉਹ ਤਾਂ ਲੋਕਾਂ ਦੇ ਦੁਸ਼ਮਣ, ਤੇ ਤੁਸੀਂ ਆਪ ਦੱਸ ਰਹੇ ਹੋ ਵੀ ਲੋਕਾਂ ਦੀ ਜ਼ਮੀਨਾਂ 'ਤੇ ਲੋਕਾਂ ਦੀ ਧੀਆਂ ਭੈਣਾਂ ਦੇ ਉਹ ਕਰਦੇ ਸੀ, ਉਹ ਕਿੱਥੋਂ ਉਹ ਕਰਨਗੇ? ਬਾਕੀ ਜਿਹੜੀ ਇੱਕ ਗੱਲ ਹੈ, ਜੇ ਕਿਸੇ ਦਾ ਵਾਰਸ ਦਾਦਾ ਪੜਦਾਦਾ ਵਧੀਆ ਹੈ, ਇਹ ਜ਼ਰੂਰੀ ਨਹੀਂ ਵੀ ਉਹਨਾਂ ਦੀ ਜਨਰੇਸ਼ਨ ਉਹੀ ਜੀ ਵਧੀਆ ਵੀ ਹੋਊਗੀ, ਆਂਦਾ ਨਾਰਾ ਮਾਰਨ ਵਾਲੀ ਵੀ ਹੋਊਗੀ। ਉਹ ਗਲਤ ਵੀ ਹੋ ਜਾਂਦੇ, ਆਪਾਂ ਇਤਿਹਾਸ ਪੜ੍ਹਦੇ ਹਾਂ। ਇਹ ਜ਼ਰੂਰੀ ਨਹੀਂ ਹੈ ਬਈ ਜੇ ਚਲੋ ਇਹ ਵੀ ਮੰਨ ਲੈਂਦੇ ਹਾਂ
ਉਹਨੇ ਹਾਂ ਦਾ ਨਾਰਾ ਮਾਰਿਆ, ਮੰਨਣ ਨਾ ਮੰਨਣ ਦੀ ਗੱਲ ਵੀ ਨਹੀਂ ਹੈ। ਇਹ ਗੱਲ ਜ਼ਰੂਰੀ ਨਹੀਂ ਵੀ ਉਹਨਾਂ ਦੇ ਗਾਹਾਂ ਪੁੱਤ ਪੋਤੇ ਪੜੋਤੇ ਵੀ ਉਹਨੇ ਜੇ ਪਿਓ ਵਧੀਆ ਇਨਕਲਾਬੀ ਆ ਤਾਂ ਉਹਦੀ ਔਲਾਦ ਉਲਟ ਇਨਕਲਾਬੀ ਵੀ ਹੁੰਦੀ ਹੈ। ਇਹ ਜ਼ਰੂਰੀ ਹੈ ਇਸ ਗੱਲ ਨਾਲ। ਇੱਕ ਗੱਲ ਹੋਰ ਹੈ ਜੀ, ਹਾਂਜੀ ਹਾਂਜੀ। ਇੱਕ ਮਲੇਕ ਕੋਲੇ ਦਾ ਕੋਈ ਲਿਖਾਰੀ ਆ, ਮੈਂ ਉਹਦਾ ਨਾਮ ਭੁੱਲ ਗਿਆ, ਉਹਨੇ ਲਿਖਿਆ ਸੀ ਇਹ ਜਿਹੜਾ ਇਹਨੂੰ ਪਠਾਨ ਕਹਿੰਦੇ ਨੇ, ਵੀ ਇੱਕ ਪਠਾਨ ਸ਼ੇਰ ਖਾਂ ਦੀ ਜਿਹਨੇ ਹਾਂ ਦਾ ਨਾਰਾ ਮਾਰਿਆ ਸੀ। ਪਠਾਨ ਤਾਂ ਸਾਡੇ ਮੁਲਕ 'ਚ ਹੈ ਹੀ ਨਹੀਂ ਸੀ। ਇਹ ਉਹਦਾ ਇਤਿਹਾਸ ਲਿਖਿਆ ਮਲੇਕ ਕੋਲ ਇੱਕ ਮੁਸਲਮਾਨ, ਮੈਂ ਉਹਦਾ ਨਾਮ ਭੁੱਲ ਗਿਆ ਹੁਣ, ਮੈਂ ਉਹ ਵੀ ਪੜ੍ਹਿਆ ਵੀ ਇਹ ਜਿਹੜਾ ਅਫਗਾਨਿਸਤਾਨ ਤੋਂ ਆਇਆ ਸੀ, ਕਿਉਂਕਿ ਪਠਾਨ ਨੇ ਜਿਹੜੇ ਅਫਗਾਨਿਸਤਾਨ 'ਚ ਨੇ ਅੱਜ ਵੀ, ਮਤਲਬ ਪਠਾਨ ਜਿਹੜੇ ਨੇ ਅਫਗਾਨਿਸਤਾਨ 'ਚ ਨੇ, ਉਹ ਇੱਥੇ ਇਹਦਾ ਇਸਲਾਮ ਦਾ ਪ੍ਰਚਾਰ ਕਰਨ ਆਇਆ ਸੀ। ਇਹਨਾਂ ਦੇ ਧਰਮ ਦੇ ਵਿੱਚ ਜਿਹੜੇ ਮੁੱਲਾ ਕਾਜੀ ਨੇ, ਜਿਹੜੇ ਮੌਲਵੀ ਨੇ, ਅੱਜ ਵੀ ਉਹ ਬਾਹਰਲੇ ਮੁਲਕਾਂ ਦੇ ਵਿੱਚ ਉਹਨਾਂ ਨੂੰ ਇੰਨੇ ਅਖਤਿਆਰ ਨੇ, ਉਹ ਮਤਲਬ ਸਮੇਂ ਦੀ ਹਕੂਮਤ ਵੀ ਉਹਨਾਂ ਨੂੰ ਪੁੱਛ ਕੇ ਗੱਲ ਕਰਦੀ ਹੈ ਵੀ ਇਹ ਜਿਹੜਾ ਧਰਮ ਦਾ ਪ੍ਰਚਾਰ ਕਰਨ ਆਇਆ ਸੀ, ਇੰਨਾ ਉਹਦਾ ਜ਼ੋਰ ਵੱਧ ਗਿਆ, ਮਤਲਬ ਉਹ ਨਵਾਬ ਬਣ ਕੇ ਰਹਿ ਗਿਆ। ਇੱਥੇ ਦਾ ਜੰਪਲ ਨਹੀਂ ਸੀ, ਉਹ ਅਫਗਾਨਿਸਤਾਨ ਦਾ ਸੀ। ਸਵਾਲ ਇਹ ਹੈ ਕਿ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਲਿਖਿਆ, ਜਦੋਂ ਹਿੰਦੁਸਤਾਨ ਦੇ ਵਿੱਚ ਬਾਬਰ ਆਇਆ ਹੈ, ਕੋਟੀ ਹੂੰ ਪੀਰ ਵਰਜਾਂ ਰਹਾਏ ਜਾਂ ਮੀਰ ਸੁਣਿਆ ਧਾਇਆ, ਥਾਨ ਮਕਾਮ ਜਰੇ ਵਿੱਚ ਮੰਦਰ ਕੁਛ ਮੁਛ ਕੋਈ ਰਵਾਇਆ, ਕੋਈ ਮੁੱਲ ਨਾ ਹੋਵਾ ਹੁੰਦਾ, ਕਿੰਨੇ ਨਾ ਪਰਚਾ ਲਾਇਆ। ਸਵਾਲ ਹੈ, ਜਦੋਂ ਲੋਕ ਉਸ ਵੇਲੇ ਦੀਆਂ ਜਿਹੜੀਆਂ ਹਕੂਮਤਾਂ ਸੀ, ਉਸ ਵੇਲੇ ਦੇ ਹੁਕਮਰਾਨ ਸੀਗੇ, ਉਦੋਂ ਇੰਨੇ ਆਸ ਹੋ ਸਕਦੇ ਸੀ, ਉਹਨਾਂ ਨੂੰ ਪਬਲਿਕ ਦਾ ਕੋਈ ਧਿਆਨ ਨਹੀਂ ਸੀ। ਜਦੋਂ ਬਾਬਰ ਹਿੰਦੁਸਤਾਨ ਦੇ ਵੱਲ ਆ ਰਿਹਾ ਸੀ ਤਾਂ ਇਹਨਾਂ ਨੇ ਇੱਥੇ ਦੇ ਮੌਲਾਣਿਆਂ ਨੇ, ਜਿਹੜਾ ਅੱਜ ਵੀ ਅੰਧ ਵਿਸ਼ਵਾਸ ਹੈਗਾ ਹਿੰਦੁਸਤਾਨ ਦੇ ਵਿੱਚ, ਕਹਿੰਦੇ ਜਦੋਂ ਅਸੀਂ ਟੂਣਾ ਕਰ ਦਿੰਦੇ ਹਾਂ, ਹਿੰਦੁਸਤਾਨ ਜਦੋਂ ਮੁਗਲ ਪੈਰ ਧਰਨਗੇ ਅੰਨੇ ਹੋ ਜਾਣਗੇ, ਪਰ ਕੋਈ ਮੁਗਲ ਨਾ ਹੋਵਾ ਹੁੰਦਾ, ਕਿੰਨੇ ਨਾਲ ਪਰਚਾ ਲਾਇਆ। ਜਿਹੜੀ ਪਠਾਣਾ ਦੀ ਹੋਂਦ ਹੈ ਉਹ 'ਚ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਜਦੋਂ ਹੋਣਾ ਫਿਰ ਮੁਗਲ ਪਠਾਣਾ ਭਈ ਲੜਾਈ ਰਣਮਾਂ ਤੇਗ ਵਗਾਈ। ਪਠਾਨ ਹਿੰਦੁਸਤਾਨ ਦੇ ਵਿੱਚ ਹੈਗੇ ਸੀ, ਉਹਨਾਂ ਨੇ ਮੁਗਲਾਂ ਨਾਲ ਲੜਾਈ ਵੀ ਕਰੀ ਹੈ, ਮੁਗਲਾਂ ਨਾਲ ਉਸ ਵੇਲੇ ਜੰਗ ਵੀ ਲੜੀ ਹੈ। ਜਦੋਂ ਸਾਡੇ ਵਾਲੇ ਉਹ ਅੰਧ ਵਿਸ਼ਵਾਸ ਕਰਕੇ ਵੀ ਹਿੰਦੁਸਤਾਨ ਦੇ ਵਿੱਚ ਆਏ ਇਹ ਅੰਨੇ ਹੋ ਜਾਣਗੇ। ਹਾਲੇ ਆ ਵੀ ਪਠਾਣਾ ਦੀ ਹੋਂਦ ਨੂੰ ਨਹੀਂ ਦੱਸ ਦਿੰਦੇ ਨਾ ਮੰਨਿਆ ਨਾ ਹੋਣ ਨੂੰ ਮੰਨਿਆ ਜਾਂਦਾ, ਕਿਉਂ ਇਤਿਹਾਸ ਲਿਖਦਾ ਸਾਡੀ ਬਾਬੇ ਨਾਨਕ ਦੀ ਬਾਣੀ ਦੇ ਵਿੱਚ। ਹਾਂਜੀ, ਇੱਕ ਇਹ ਵੀ ਆ ਵੀ ਜਿਹੜਾ ਜਿਵੇਂ ਬਹੁਤ ਸਾਰੇ ਮੁਸਲਮਾਨ ਵੀ ਹੋਏ ਆ ਜਿਹੜੇ ਪੰਜਾਬ ਦੇ ਸੱਭਿਆਚਾਰ ਦੇ ਵਿੱਚ ਜਾਂ ਪੰਜਾਬ ਦੇ ਲੋਕਾਂ ਦੇ ਵਿੱਚ ਇੱਕਮਿਕ ਹੋ ਗਏ, ਹੈ ਨਾ। ਉਹਨਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ, ਮੌਲਾਨਾ ਅਬਦੁਲ ਕਾਦਰੀ ਲੁਧਿਆਣਵੀ ਜੀ, ਜਿਨ੍ਹਾਂ ਨੇ 1857 ਦੇ ਗਦਰ ਦੇ ਵਿੱਚ ਮੋਹਰੀ ਰੋਲ ਵੀ ਨਿਭਾਇਆ ਸੀ, ਅਤੇ ਜੇ ਨਬੀ ਖਾਂ ਗਨੀ ਖਾਂ ਦੀ ਵੀ ਗੱਲ ਕਰੀਏ, ਬਹੁਤ ਸਾਰੇ ਮੁਸਲਿਮ ਇੱਦਾਂ ਦੇ ਹੈ ਸੀ ਜਿਨ੍ਹਾਂ, ਜੇ ਆਪਾਂ ਕਰੀਏ ਵੀ ਧਰਮ ਦੇ ਆਧਾਰ 'ਤੇ ਇਹਦਾ ਕੋਈ ਫਰਕ ਨਹੀਂ ਸੀ। ਸਿਰਫ ਅਸੀਂ ਜਿਹੜਾ ਕਹਿੰਦੇ ਆ ਨਾ, ਅਸੀਂ ਇੱਕ ਧਰਮ ਨੂੰ ਮਾੜਾ ਨਹੀਂ ਕਹਿੰਦੇ। ਕੁਝ ਸਾਡੇ ਸਿੱਖ ਵੀ ਗਦਾਰ ਨੇ, ਕੁਝ ਹੁਣ ਗਨੀ ਖਾਨ ਨਬੀ ਖਾਨ ਦਾ ਤੁਸੀਂ ਨਾਂ ਲਿਆ, ਜਿਹੜਾ ਬੁੱਧੂ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਨਾਲ ਉਹਦੇ ਚੇਲਿਆਂ ਨੇ, ਉਹਦੇ ਪੁੱਤਾਂ ਨੇ ਵੀ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ, ਅਤੇ ਹਰਿਮੰਦਰ ਸਾਹਿਬ ਦੀ ਨੀਂਹ ਵੀ ਮਤਲਬ ਮੁਸਲਮਾਨਾਂ ਨੇ ਰੱਖੀ ਆ ਧਰਮ ਦੇ ਨਾਂ ਦੀ। ਕੁਝ ਵਿਅਕਤੀ ਹੁੰਦੇ ਪਿੰਡ ਦੇ ਟੋਡੀ ਸੀ, ਉਹ ਸਿੱਖ ਸੀ, ਉਹ ਸਿੱਖ ਸੀਗੇ, ਫਿਰ ਜੱਟ ਸੀਗੇ ਉਹ, ਫਿਰ ਅਸੀਂ ਵੀ ਜੱਟ ਸੀਗੇ, ਸਾਡੇ ਪੁਰਖੇ ਵੀ ਜੱਟ ਸੀਗੇ, ਜਿਹੜੇ ਤਸ਼ੱਦਦ ਚੱਲਦੇ ਸੀਗੇ। ਇਹ ਧਰਮ ਦੇ ਨਾਲ ਨਹੀਂ ਜੁੜਿਆ ਜਾਂਦਾ, ਇਹ ਸਾਡੀ ਸੋਚ ਦੇ ਨਾਲ ਆ। ਸਭ ਕੁਝ ਸਾਡੀ ਸੋਚ ਨਾਲ ਹੀ ਸੂਰਮਾ ਬਣਦਾ, ਸੋਚ ਨਾਲ ਹੀ ਚੋਰ ਬਣਦਾ, ਸੋਚ ਨਾਲ ਹੀ ਠੱਗ ਬਣਦਾ, ਸੋਚ ਨਾਲ ਹੀ ਗਦਾਰ ਬਣਦਾ, ਸ਼ਹੀਦ ਬਣਦਾ, ਸੋਚ ਨਾਲ ਹੀ। ਭਗਤ ਸਿੰਘ ਵਰਗੇ ਕਿੱਥੇ ਅੱਜ ਉਹਨਾਂ ਦੇ ਨਾਮ ਲੈ ਕੇ ਮਤਲਬ ਜਕਾਰੇ ਲਾਉਂਦੇ ਨੇ ਲੋਕ, ਊਧਮ ਸਿੰਘ ਉਹਨਾਂ ਦਾ ਨਾਮ ਲੈਂਦੇ ਨੇ, ਸੁਨਹਿਰੀ ਅੱਖਰਾਂ ਦੇ ਵਿੱਚ ਉਹਨਾਂ ਨੇ ਨਾਮ ਲਿਖੇ ਨੇ। ਉਹ ਧਰਮ ਨੂੰ ਨਹੀਂ ਕਰਿਆ। ਇੱਥੇ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੇ ਸੰਬੰਧ 'ਚ ਇੱਕ ਇੱਥੇ ਨੀਂਹ ਪੱਥਰ ਵੀ ਲੱਗਿਆ ਹੋਇਆ ਹੈ। ਨੀਂਹ ਪੱਥਰ ਇਸ ਦਰਵਾਜ਼ੇ ਦੇ ਅੱਗੇ ਰੱਖਿਆ ਹੋਇਆ, ਪਰ ਨੀਂਹ ਪੱਥਰ ਰੱਖਣ ਤੋਂ ਬਾਅਦ ਵੀ ਇਸ ਸ਼ਹੀਦੀ ਦਰਵਾਜ਼ੇ ਦੀ ਕੋਈ ਹਾਲਤ ਕੋਈ ਜ਼ਿਆਦਾ ਵਧੀਆ ਬਣਾਉਣ ਵੱਲ ਕਿਸੇ ਦਾ ਧਿਆਨ ਨਹੀਂ। ਉਹ ਕੀ ਲੱਗਦਾ ਵੀ ਇਹ ਸਿਰਫ ਰਾਜਨੀਤਿਕ ਸਟੰਟ ਹੁੰਦੇ ਆ ਜਾਂ? ਬਿਲਕੁਲ, ਇਹ ਤਾਂ ਹੁਣ ਤੁਸੀਂ ਜਾਣਦੇ ਹੋ, ਸਾਡੇ ਨਾਲੋਂ ਵੱਧ ਰਾਜਨੀਤਿਕ ਸਟੰਟ ਹੁੰਦੇ ਨੇ। ਮੈਂ ਆਪਦੇ ਤੌਰ 'ਤੇ, ਮੇਰੇ ਨਾਲ ਕੁਝ ਬੰਦੇ ਪਿੰਡ ਦੇ ਹੋਰ ਵੀ ਨੇ, ਲਗਭਗ 40 ਸਾਲਾਂ ਤੋਂ ਇਹਨਾਂ ਦਾ ਉਹ ਮਨਾ ਰਿਹਾ। 40 ਸਾਲਾਂ ਤੋਂ ਅੱਗੇ ਵੀ ਜਿੰਨਾ ਚਿਰ ਮੇਰੇ ਸਾਥ ਰਹਿਣਗੇ ਮਨਾਉਂਦਾ ਰਹਾਂਗਾ। ਲੋਕ ਬਹੁਤ ਮੇਰਾ ਸਾਥ ਵੀ ਦਿੰਦੇ ਨੇ, ਪਰ ਕੁਛ ਲੋਕ ਉਹਨੂੰ ਢਾਹ ਲਾਉਣ ਦੀ ਵੀ ਕੋਸ਼ਿਸ਼ ਕਰਦੇ ਨੇ ਵੀ ਇਹ ਕਿਉਂ
ਕਰੇ ਜਾਂਦੇ ਨੇ। ਸਾਲ ਬਾਅਦ ਕਿਉਂ ਸਾਡੇ ਬਜ਼ੁਰਗਾਂ ਦਾ ਸਾਡੇ ਉਹਨਾਂ ਦਾ ਨਾਂ ਲੈਂਦੇ ਨੇ, ਗਲਤ ਸ਼ਬਦ ਉਹ ਕਰ, ਗਲਤ ਤਾਂ ਨਹੀਂ ਬੋਲਦੇ, ਉਹ ਕਿਹਾ ਜਾਂਦਾ ਜਿਵੇਂ ਹੁਣ ਆਪਾਂ ਕਹਿੰਦੇ ਹਾਂ ਕੁਛ ਬੰਦੇ ਗਲਤ ਸੀਗੇ, ਪਰ ਉਹਨਾਂ ਨੂੰ ਸੱਟ ਤਾਂ ਲੱਗਦੀ ਆ ਨਾ, ਉਹਨਾਂ ਦੇ ਪਰਿਵਾਰਾਂ ਨੂੰ। ਕਈ ਵਾਰੀ ਝਗੜੇ ਵੀ ਸਾਡੇ ਹੋਏ ਨੇ, ਪਰ ਅਸੀਂ ਕੁਝ ਨਹੀਂ ਸਮਝਦੇ ਇਹ ਉਹਨਾਂ ਪਰਿਵਾਰਾਂ ਵੱਲੋਂ ਜੋ ਉਸ ਵਕਤ ਉਹਨਾਂ ਨੂੰ ਬਹੁਤ ਜਿਨ੍ਹਾਂ ਨੂੰ ਆਪਾਂ ਕਹਿ ਦਈਏ ਵੀ ਟੋਡੀਆਂ ਦਾ ਇਹ ਕਿਤੇ ਨਾ ਕਿਤੇ ਜੜਿਆ ਹੋਇਆ, ਹਾਲਾਂਕਿ ਉਹਨਾਂ ਦਾ ਕੋਈ ਕਸੂਰ ਨਹੀਂ, ਜਿਹੜੇ ਉਹਨਾਂ ਦੇ ਵਾਰਸ ਹੈਗੇ ਨੇ ਉਹਨਾਂ ਦਾ ਕੋਈ ਕਸੂਰ ਨਹੀਂ। ਜਿੱਦਾਂ ਬਜ਼ੁਰਗਾਂ ਨੇ ਪਹਿਲਾਂ ਕਿਹਾ ਵੀ ਜੇ ਉਹਨਾਂ ਦੇ ਬਜ਼ੁਰਗਾਂ ਨੇ ਕਿਤੇ ਕੋਈ ਗਲਤੀ ਕੀਤੀ ਹੋਈ ਆ, ਉਹਦੀ ਔਲਾਦ ਦਾ ਉਹਦੇ ਵਿੱਚ ਕੋਈ ਕਸੂਰ ਨਹੀਂ ਹੁੰਦਾ। ਤੁਹਾਡਾ ਉਹਦੇ ਨਾਲ ਉਹਨਾਂ ਨਾਲ ਕੋਈ ਵਿਤਕਰਾ ਨਹੀਂ ਜਾਂ ਉਹਨਾਂ ਦਾ ਕੋਈ ਵਿਰੋਧ ਨਹੀਂ ਹੈ, ਪਰ ਉਹਨਾਂ ਨੂੰ ਕੁਛ ਚੀਜ਼ ਪੈਂਦੀ ਆ ਵੀ ਸਾਡੇ ਬਜ਼ੁਰਗਾਂ ਦਾ ਨਾਂ ਐਂ ਲੈਂਦੇ ਨੇ। ਔਰ ਸਾਡੀ ਕੋਈ ਦੁਸ਼ਮਣੀ ਉਹਨਾਂ ਨਾਲ ਹੈ ਨਹੀਂ, ਪਿੰਡ ਪੱਧਰ 'ਤੇ ਵਧੀਆ ਮੇਲ ਮਿਲਾਪ। ਪਰ ਆਹ ਦਿਨਾਂ 'ਚ ਆ ਕੇ ਜਦੋਂ 17 ਜੁਲਾਈ ਆਉਂਦੀ ਆ, ਫਿਰ ਉਹਨਾਂ ਦਾ ਕੁਛ ਮੂਡ ਜਿਹਾ ਹੋਰ ਹੀ ਹੋ ਜਾਂਦਾ। ਬਾਕੀ ਜਿਹੜੀ ਗੱਲ ਤੁਸੀਂ ਕਰਦੇ ਹੋ ਨਾ, ਆਹ ਗੁਰਦੁਆਰੇ ਦੀ ਆਹ ਜੀ ਦਰਵਾਜ਼ੇ ਦੀ ਜਿਹੜੀ ਇਹ ਬਿਲਡਿੰਗ ਦਾ ਬਾਅਦ 'ਚ ਇਹਨੂੰ ਰਿਪੇਅਰ ਕੀਤਾ ਗਿਆ ਹੈ, ਉਹ ਕਿਸੇ ਸਰਕਾਰ ਨੇ ਜਾਂ ਕਿਸੇ ਹੋਰ ਫੰਡ ਨੇ ਨਹੀਂ, ਸਿਰਫ ਗੁਰਦੁਆਰੇ ਦੀ ਇਹਦੀ ਦਰਵਾਜ਼ੇ ਦੀ ਨਾ ਜਿਹੜੀ ਪੱਤੀ ਹੈ, ਕਮੇਟੀ ਹੈ ਪੱਤੀ ਹੈ, ਉਹਨਾਂ ਨੇ ਆਪਦੇ ਕੋਲੋਂ ਪੈਸੇ ਢਾਲ ਕੇ ਇਹਦੀ ਆਹ ਰਿਪੇਅਰ ਕਰਾਈ ਹੈ। ਕੋਈ ਕਿਸੇ ਤਰ੍ਹਾਂ ਦੀ ਗ੍ਰਾਂਟ ਇਹਨੂੰ ਮਿਲੀ ਨਹੀਂ ਹੈ ਵੀ ਕੋਈ ਵਧੀਆ ਇੱਥੇ ਕੋਈ ਯਾਦਗਾਰੀ ਬਣ ਜੇ ਸ਼ਹੀਦਾਂ ਦੀ, ਕੋਈ ਵਧੀਆ ਨਾ ਸ਼ਹੀਦਾਂ ਦੇ ਨਾਂ 'ਤੇ ਇੱਕ ਸਾਡੇ ਸਰਕਾਰੀ ਹਾਈ ਸਕੂਲ ਚੱਲਦਾ ਸੀ, ਉਹਦੇ ਇੱਕ ਵਾਰੀ ਲਿਆ ਤਾ ਸ਼ਹੀਦੀ ਗਵਰਨਮੈਂਟ ਹਾਈ ਸਕੂਲ ਕਠਾਲਾ, ਉਹ ਵੀ ਉਹਦੇ ਬਣੇ ਤੋਂ ਕਿੰਨਾ ਚਿਰ ਬਾਅਦ। ਉਸ ਸੰਘਰਸ਼ ਦੇ ਵਿੱਚ ਫਿਰ ਜ਼ਮੀਨਾਂ ਮਿਲੀਆਂ। ਉਸ ਤੋਂ ਬਾਅਦ ਜਿਹੜਾ ਉਹ ਸੰਘਰਸ਼ ਵਿੱਢਿਆ ਗਿਆ ਸੀ ਵੀ ਉਸ ਜਦੋਂ ਗੋਲੀकांड ਵਾਪਰਦਾ, ਗੋਲੀकांड ਵਾਪਰਨ ਤੋਂ ਬਾਅਦ ਫਿਰ ਕੀ ਸਟੈਂਡ ਹੁੰਦਾ? ਉਹ ਮੂਵਮੈਂਟ ਦਬ ਜਾਂਦੀ ਹੈ ਜਾਂ ਦੁਬਾਰਾ ਉਹ ਚੱਲਦੀ ਰਹਿੰਦੀ ਹੈ? ਮੂਵਮੈਂਟ ਕਿਉਂਕਿ ਉਹਨਾਂ ਕੋਲੇ ਤਾਕਤ ਵੱਧ ਹੁੰਦੀ ਹੈ, ਕੁਛ ਚਿਰ ਵਾਸਤੇ ਦਬ ਵੀ ਜਾਂਦੀ ਹੈ, ਅਤੇ ਲੋਕ ਮਤਲਬ ਲਗਾਤਾਰ ਲੱਗੇ ਰਹੇ ਨੇ, ਕਦੇ ਮਤਲਬ ਤੇਜ਼, ਕਦੇ ਹੌਲੀ, ਕਦੇ ਤੇਜ਼, ਕਦੇ ਹੌਲੀ। ਅਤੇ ਉਸ ਤੋਂ ਬਾਅਦ ਹੌਲੀ ਹੌਲੀ ਇਹ ਜ਼ਮੀਨਾਂ ਦੀਆਂ ਮਾਲਕੀਆਂ ਸਾਨੂੰ ਮਿਲ ਗਈਆਂ, ਸਾਡੇ ਬਜ਼ੁਰਗਾਂ ਨੂੰ ਮਿਲ ਗਈਆਂ। ਅਤੇ ਉਹ ਮਤਲਬ ਜਿਹੜਾ ਹੈਗਾ ਜ਼ੁਲਮ ਹੈ, ਤੁਹਾਨੂੰ ਪਤਾ ਸਦਾ ਨਹੀਂ ਰਹਿੰਦਾ ਹੁੰਦਾ, ਕੋਈ ਉਹਦਾ ਟਾਈਮ ਹੁੰਦਾ, ਉਹ ਲੰਬਾ ਚਲਾ। ਜਿਵੇਂ ਅੱਜ ਕਿਸਾਨ ਬੈਠੇ ਨੇ ਉੱਥੇ, ਮੋਦੀ ਹੋਰੀ ਮਤਲਬ ਸਾਨੂੰ ਦੇ ਨਹੀਂ ਰਹੇ, ਪਰ ਮੋਦੀ ਨੂੰ ਇਹ ਭੁਲੇਖਾ ਵੀ ਜਿਹੜਾ ਇਤਿਹਾਸ ਹੈ ਉਹ ਅੱਗੇ ਦੀ ਅੱਗੇ ਚੱਲਦਾ ਰਹਿੰਦਾ, ਪਿੱਛੇ ਨਹੀਂ ਮੁੜਦਾ ਹੁੰਦਾ। ਜਿਵੇਂ ਹੁਣ ਮੋਦੀ ਇਤਿਹਾਸ ਨੂੰ ਪੁੱਛਾ ਗੇੜਾ ਦੇਣ ਲੱਗਿਆ ਹੋਇਆ, ਪਰ ਨਹੀਂ, ਅੱਜ ਵੀ ਯੋਧੇ ਕਿੰਨੇ ਬੈਠੇ ਨੇ ਉੱਥੇ। ਇੱਥੇ ਕਰੋਨਾ ਜੀ, ਇੱਥੇ ਆਹ ਆ ਜੀ, ਹੁਣ ਇੱਕ ਫੰਗਸ ਖਾਨੀ ਕੀ ਕਹਿੰਦੇ ਨੇ ਬਿਮਾਰੀ ਜੀ ਆ ਗਈ, ਉਹ ਹੈ ਜੀ, ਉਹ ਡਰਾ ਰਹੇ ਨੇ। ਪਰ ਜਿਹੜੇ ਯੋਧੇ ਹੁੰਦੇ ਨੇ ਉਹ ਡਰਦੇ ਨਹੀਂ ਕਦੇ। ਹੁਣ ਸਾਵਾਂ ਕਿੰਨੀ ਲਾਮਬੰਦੀ ਵੱਧ ਗਈ, ਉਹ ਆ ਜਿਹੜੀਆਂ ਸਾਡੀਆਂ ਲਹਿਰਾਂ ਨੇ। ਹੁਣ ਕਿਸਾਨੀ ਸੰਘਰਸ਼ ਚੱਲ ਰਿਹਾ, ਤੁਹਾਡਾ ਇਤਿਹਾਸ ਆ ਪਿੰਡ ਦਾ, ਹੁਣ ਸੰਘਰਸ਼ ਦੇ ਵਿੱਚ ਯੋਗਦਾਨ ਪਾ ਰਿਹਾ ਪਿੰਡ ਕਠਾਲਾ? ਅਸੀਂ ਪਾ ਰਹੇ ਹਾਂ, ਤਕਰੀਬਨ 1.5 ਮਹੀਨਾ ਮੈਂ ਲਾ ਕੇ ਆਇਆ, ਹੁਣ ਫੇਰ ਜਾਣਾ 28 ਤਰੀਕ ਨੂੰ ਜਾਂਦੇ ਨੇ ਲੋਕ, ਅੱਜ ਵੀ ਗਏ ਨੇ ਕੁਛ ਵਾਰੀ-ਵਾਰ। ਕਿੰਨੀਆਂ ਟਰਾਲੀਆਂ ਪਿੰਡ 'ਚੋਂ ਗਈਆਂ ਜੀ? ਟਰਾਲੀਆਂ ਨਹੀਂ ਜੀ, ਸਾਡੇ ਨਾ 10-15 ਬੰਦੇ, ਹਫ਼ਤੇ ਬਾਅਦ 10-15 ਬੰਦੇ ਜਾਂਦੇ ਹੀ ਜਾਂਦੇ ਨੇ। ਇਹ ਸਾਡੀ ਬਾਰੀ ਬੰਨੀ ਹੋਈ ਹੈ, ਆਪ ਫਿਰ ਕੇ ਆਪਣੇ ਵਾਰਡ ਵਾਲੇ, ਦੂਜੇ ਵਾਰਡ ਵਾਲੇ, ਤੀਜੇ, ਕਈ ਵਾਰੀ 2-2 ਇਕੱਠੇ ਚਲੇ ਜਾਂਦੇ ਨੇ। 6 ਮਹੀਨੇ ਹੋ ਗਏ ਸਾਡੇ ਪਿੰਡ ਦਾ ਇੱਕ ਨੰਬਰਦਾਰ ਸਰਦਾਰ ਨਿਰਮਲ ਸਿੰਘ, ਉਹ ਕਈ ਬੰਦੇ ਉੱਥੇ ਹੀ ਉੱਥੋਂ ਬਿਲਕੁਲ ਮੁੜ ਕੇ ਨਹੀਂ ਆਇਆ, ਕਹਿੰਦਾ ਜਿੰਨਾ ਚਿਰ ਇਹ ਜੰਗ ਜਿੱਤੀ ਨਹੀਂ ਜਾਂਦੀ ਮੈਂ ਨਹੀਂ ਵਾਪਸ ਆਉਂਦਾ। ਬਹੁਤ ਬੰਦੇ ਨੇ ਜਿਹੜੇ ਰਵਾਨੀ ਤਾਂ ਜੇ ਜੀ ਉਹ ਜਿਹੜਾ ਬਲੱਡ ਹੈ ਨਾ, ਇਨਕਲਾਬੀ ਬਲੱਡ, ਉਹ ਨਹੀਂ ਖਤਮ ਹੋਇਆ ਲੋਕਾਂ ਦੇ ਵਿੱਚੋਂ, ਉਹ ਅੱਜ ਵੀ ਉਹ ਜਿਵੇਂ ਜਗ ਗੱਲ ਕਰੋ। ਵੱਡੀ ਗੱਲ ਇਹ ਹੈ, ਇਹਨਾਂ ਨੂੰ ਕੋਈ ਆਰਗੇਨਾਈਜ਼ ਕਰਨ ਵਾਲਾ ਨਹੀਂ। ਇਹ ਮੰਨਦੇ ਹੋ ਮਤਲਬ ਵੀ ਜੋ ਪਰਜਾ ਮੰਡਲ ਦੀ ਅਗਵਾਈ 'ਚ ਲੜਾਈ ਸ਼ੁਰੂ ਹੋਈ ਸੀ, ਉਸ ਲੜਾਈ ਨੇ ਅੱਜ ਜ਼ਮੀਨਾਂ ਦੇ ਮਾਲਕ ਬਣਾਇਆ ਕਿਸਾਨਾਂ ਨੂੰ? ਹਾਂਜੀ ਹਾਂ, ਮੁਜ਼ਾਹਰਾ ਲਹਿਰ ਜਿਹੜੀ ਮੁਜ਼ਾਹਰੇ ਖਤਮ ਹੋ ਗਏ, ਨਵਾਬ ਦੀ ਉਹਦੀ ਜਿਹੜੀ ਹੈਗੀ ਸੀ ਉਹ ਚੱਕੀ ਗਈ ਸਾਰੀ ਮਾਲਕੀ, ਅਤੇ ਮਤਲਬ ਉਹ ਲੋਕਾਂ ਨੂੰ ਮਾਲਕੀ ਦੇ ਹੱਕ ਮਿਲ ਗਏ। ਇਹਦੇ ਵਿੱਚ ਵੀ ਥੋੜ੍ਹਾ ਜਿਹਾ ਫਰਕ ਹੈ। ਜਿਹੜੇ ਜ਼ਮੀਨੀ ਹੱਕਾਂ ਦੀ ਖਾਤਰ ਸੀ, ਸਭ ਤੋਂ ਪਹਿਲਾਂ ਇਹਦੀ ਖਾਤਰ ਕਮਿਊਨਿਸਟ ਪਾਰਟੀ ਨੇ ਘੋਲ ਲੜਿਆ। 1952 ਤੋਂ ਲਾ ਕੇ ਤੇਲੰਗਾਨਾ ਦੇ ਵਿੱਚ ਚੱਲਿਆ ਕਿਸਾਨੀ ਹੱਕ ਰਹੇ। ਸਾਡੇ ਏਰੀਏ ਦੇ ਵਿੱਚ ਇੱਥੇ ਵੀ ਕਮਿਊਨਿਸਟਾਂ ਦੀ ਦੇਣ ਹੈ, ਜਿਨ੍ਹਾਂ ਨੇ ਮੁਰੱਬੇਬੰਦੀ ਕਰਵਾਈ, ਉਹ ਐਕਟ ਬਣਵਾਇਆ ਵੀ ਜਿਹੜਾ ਹਾਲੀ ਹੈ ਉਹ ਦਾ ਮਾਲਕ ਹੈ। ਕਈਆਂ ਜਿੱਥੇ ਸਰਦਾਰਾਂ ਦੀਆਂ ਜ਼ਮੀਨਾਂ ਦੀ, ਸਰਦਾਰਾਂ ਦਾ ਖਿਆਲ ਆਪਾਂ ਇੰਨਾ ਇਤਿਹਾਸ ਨੂੰ ਦੱਸ ਕੇ ਰਾਜੀ ਨਹੀਂ ਹਾਂ, ਉਹਨਾਂ ਦੀਆਂ ਜ਼ਮੀਨਾਂ 'ਤੇ ਜਦੋਂ ਉਹ ਕਹਿੰਦੇ ਤੇ ਥੋੜ੍ਹੀ ਉਹਨਾਂ ਤੋਂ ਮੁਆਵਜ਼ਾ ਦਵਾ ਕੇ ਜ਼ਮੀਨਾਂ ਦੇ ਹੱਕ ਉਹ ਬਣਾ ਦੇ, ਜ਼ਮੀਨਾਂ ਦੇ ਹੱਕਦਾਰ ਬਣਾ ਦੇ, ਯਾਨੀ ਮਾਲਕ ਬਣਾ ਦੇ। ਆਏ ਪਿੰਡ ਦੀ ਜ਼ਮੀਨਦਾਰ ਖਾਬੰਦ ਨਵਾਬ ਮਲੇਰਕੋਟਲਾ ਸੀ। ਕਿਸਾਨ ਆਪਣੀ ਮਰਜ਼ੀ ਨਾਲ ਨਹੀਂ ਸੀ ਜ਼ਮੀਨ ਵੇਚ ਸਕਦਾ। ਇਹਨਾਂ ਨੂੰ ਖੱਤੀਆਂ ਲਾਟ ਹੁੰਦੀਆਂ ਨੇ, ਜਿਵੇਂ ਹੁਣ ਮਜ਼ਾਰਿਆਂ ਨੂੰ ਅੱਜ ਵੀ ਹੁੰਦੀਆਂ ਨੇ, ਮਜ਼ਾਰਿਆਂ ਨੂੰ ਟੁਕੜੇ ਦਿੱਤੇ ਜਾਂਦੇ ਨੇ, ਉਦੋਂ ਮਗਰੋਂ ਕੋਈ ਹੋਰ ਆ ਗਿਆ ਹੋਰ ਨੂੰ ਦੇ ਦੇਣਾ। ਇਸੇ ਤਰ੍ਹਾਂ ਹੀ ਉਦੋਂ ਮਜ਼ਾਰਾ ਲਹਿਰ ਉੱਠੀ, ਜਿਹਨੇ ਕਿਸਾਨੀ ਨੂੰ ਆਪਣੀ ਭੋਂ ਦੀ ਮਾਲਕੀ ਦੇ ਹੱਕ ਦਵਾਏ। ਹਾਂਜੀ, ਤੇਜਾ ਸਿੰਘ ਸੁਤੰਤਰ ਵਰਗੇ
ਉਦੋਂ ਬਾਅਦ ਦੇ ਵਿੱਚ ਇੱਥੇ ਉਹਨੇ ਬਖੋਰਾ ਘੋਲ ਵੀ ਲੜਿਆ, ਉੱਥੇ ਜਗੀਰਦਾਰੀ ਸੀ, ਉਹਨਾਂ ਨੂੰ ਦਵਾਏ ਨੇ। ਪਰ ਸਾਡੇ ਲੋਕਾਂ ਦੀ ਇਤਿਹਾਸ ਅਸੀਂ ਕਦੇ ਵੀ ਨਹੀਂ ਫੋਲਦੇ। ਇਤਿਹਾਸ 'ਤੇ ਪੋਚਾ ਮਾਰਿਆ ਗਿਆ, ਪਿਛਲਾ ਭੁੱਲ ਕੇ ਨਵਾਂ ਹੋ ਜਾਣਾ। ਅੱਜ ਸਾਡੀ ਕੀ ਅਸੀਂ ਸਾਡੇ 'ਚ ਕੀ ਘਾਟ ਹੈ? ਹਿੰਦੁਸਤਾਨ ਦੇ ਸਾਡੇ ਲੋਕਾਂ ਦੀ ਸਾਡੇ ਉਹਦੀ ਘਾਟ ਕੇ ਸਾਡੀ ਚੇਤਨਤਾ ਨਹੀਂ ਹੈ। ਅਸੀਂ ਚੱਲਦੇ ਆਂਗੇ ਮਾਤਲ ਪ੍ਰਸਤੀ, ਜਿਹਨੇ ਬੁਰਕੀ ਛਿੱਟਦੀ ਉਹ ਬੁਰਕੀ ਖਾ ਲਈ। ਇਹ ਨਹੀਂ ਪਤਾ ਵੀ ਸਾਡੀ ਹੋਈ ਹੈ ਇਹ। ਉਸ ਇਨਕਲਾਬੀ ਪਾਸੇ ਨੂੰ ਅਸੀਂ ਪੈਰ ਨਹੀਂ ਧਰਦੇ, ਉਦੋਂ ਨਫ਼ਰਤ ਮੰਨਦੇ, ਡਰਦੇ ਨੇ। ਤੇ ਆਪਣਾ ਹੁਣ ਮਲੇਰਕੋਟਲਾ ਜ਼ਿਲ੍ਹੇ 'ਚ ਆ ਰਿਹਾ ਜੀ, ਪਿੰਡ 'ਚ ਸੰਗਰੂਰ ਜ਼ਿਲ੍ਹੇ 'ਚ ਮਲੇਰਕੋਟਲੇ ਇਹ ਰਹੇ ਨਹੀਂ ਮਲੇਰਕੋਟਲਾ ਜ਼ਿਲ੍ਹਾ ਬਣਨਾ। ਜ਼ਿਲ੍ਹਾ ਬਣ ਗਿਆ, ਜ਼ਿਲ੍ਹਾ ਤਾਂ ਬਣ ਗਿਆ, ਕਹਿੰਦੀ ਮਲੇਰਕੋਟਲੇ ਜਾਊਗਾ 15। ਹਾਂ ਮਲੇਰਕੋਟਲੇ ਜਾਊਗਾ। ਤੇ ਸ਼ਹੀਦਾਂ ਦੇ ਨਾਮ ਵੀ ਲਿਖੇ ਗਏ ਨੇ ਇੱਥੇ, ਲਿਸਟ ਤੁਸੀਂ ਦੇਖ ਸਕਦੇ ਹੋ। ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਸ਼ਹੀਦਾਂ ਦੇ ਨਾਮਾਂ ਦੀ ਲਿਸਟ ਵੀ ਦਿਖਾਉਣ। ਤੇ ਜਿਹੜੇ ਸ਼ਹੀਦ ਇਸ ਪਿੰਡ ਦੇ ਵਿੱਚ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰੀਆਂ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਲਈ, ਉਹ ਸ਼ਹੀਦ ਉੱਪਰ ਲਿਖਿਆ ਗਿਆ, शहीदों की चिताओं पे लगेंगे हर वर्ष मेले, वतन पे मिटने वालों की का यही बाकी निशान होगा। ਤੇ ਹਰ ਸਾਲ ਦੀ ਤਰ੍ਹਾਂ ਜਿੱਦਾਂ ਇਹਨਾਂ ਨੇ ਇਹ ਸ਼ੇਅਰ ਵੀ ਉੱਪਰ ਲਿਖਿਆ ਹੋਇਆ, ਹਰ ਸਾਲ ਇਹ ਪਿੰਡ ਦੇ ਜਿਹੜੇ ਕੁਝ ਜਾਗਰੂਕ ਲੋਕ ਨੇ, ਜਿਹੜੇ ਸਮਝਦੇ ਨੇ ਵੀ ਸ਼ਹੀਦਾਂ ਦੀ ਯਾਦ ਨੂੰ ਜਿਉਂਦਾ ਰੱਖਣਾ ਚਾਹੀਦਾ, ਉਹ ਲੋਕ ਸ਼ਹੀਦਾਂ ਦੀ ਯਾਦ ਮਨਾਉਂਦੇ ਵੀ ਨੇ। ਤੇ ਜਿਸ ਤਰ੍ਹਾਂ ਹੋਰ ਗੱਲ ਦੇਖਣ ਵਾਲੀ ਆ ਕਿ ਪੰਜਾਬ ਦੇ ਲੋਕਾਂ ਨੇ ਜਾਂ ਪੰਜਾਬ ਦੇ ਇਤਿਹਾਸ ਦੇ ਵਿੱਚ ਜਿਹੜੇ ਲੋਕ ਚਾਹੇ ਕਿਸੇ ਵੀ ਧਰਮ ਦੇ ਸੀ, ਉਹਨਾਂ ਲੋਕਾਂ ਨੂੰ ਪੰਜਾਬ ਦੇ ਸੱਭਿਆਚਾਰ ਨੇ ਆਤਮਸਾਤ ਕਰ ਲਿਆ। ਜਿੱਦਾਂ ਕਿ ਮੌਲਾਨਾ ਅਬਦੁਲ ਕਾਦਰੀ ਜੀ ਲੁਧਿਆਣਵੀ ਜਿਹੜੇ ਸੀ, ਜਿਨ੍ਹਾਂ ਨੇ 1857 ਦੇ ਗਦਰ ਵਿੱਚ ਬੜੀ ਮੋਹਰੀ ਭੂਮਿਕਾ ਨਿਭਾਈ, ਉਹਨਾਂ ਦੇ ਬੇਟੇ ਜਾਂ ਪੜਪੋਤੇ ਅੱਜ ਵੀ ਜਿਹੜਾ ਉਸ ਮੂਵਮੈਂਟ 'ਚ ਹਿੱਸਾ ਪਾ ਰਹੇ ਆ। ਉਹਨਾਂ ਨੇ ਸ਼ਹੀਦ ਭਗਤ ਸਿੰਘ ਉਹਨਾਂ ਦੀ ਮੂਵਮੈਂਟ ਦੇ ਵਿੱਚ ਵੀ ਅਤੇ ਲਾਲ ਪਾਰਟੀ ਦੀ ਮੂਵਮੈਂਟ ਦੇ ਵਿੱਚ ਵੀ ਯੋਗਦਾਨ ਪਾਇਆ। ਉਹ ਵੀ ਮੁਸਲਿਮ ਧਰਮ ਦੇ ਨਾਲ, ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਸੀ। ਜਿੱਦਾਂ ਬਜ਼ੁਰਗਾਂ ਨੇ ਵੀ ਗੱਲ ਕੀਤੀ ਹੈ, ਨਬੀ ਖਾਂ, ਗਨੀ ਖਾਂ, ਪੀਰ ਬੁੱਧੂ ਸ਼ਾਹ, ਇਹੋ ਜਿਹੇ ਸੈਂਕੜੇ ਨਾਮ ਨੇ, ਹਜ਼ਾਰਾਂ ਨਾਮ ਨੇ, ਜਿਨ੍ਹਾਂ ਨੇ ਆਪਣੇ ਧਾਰਮਿਕ ਭਾਈਚਾਰੇ ਤੋਂ ਉੱਪਰ ਉੱਠ ਕੇ ਹਕੀਕੀ ਮੰਗਾਂ ਦੀ ਗੱਲ ਕੀਤੀ, ਹੱਕਾਂ ਦੀ ਗੱਲ ਕੀਤੀ। ਜਾਣੀ ਕਿ ਜੋ ਲੜਾਈ ਇਸ ਧਰਤੀ 'ਤੇ ਲੜੀ ਗਈ, ਉਹਦੇ ਵਿੱਚ ਧਾਰਮਿਕ ਤੌਰ 'ਤੇ ਕੋਈ ਵੰਡ ਨਹੀਂ ਸੀ। ਰਾਜਿਆਂ ਦਾ ਜੋ ਕਿਰਦਾਰ ਹੁੰਦਾ, ਉਹ ਕਿਰਦਾਰ ਮਲੇਰਕੋਟਲੇ ਦੇ ਨਵਾਬ ਦਾ ਕਿਰਦਾਰ ਵੀ ਉਹੀ ਸੀ। ਉਹ ਬੇਸ਼ੱਕ ਭਾਈਚਾਰਕ ਤੌਰ 'ਤੇ ਉਹ ਕਿਸੇ ਹੋਰ ਫਿਰਕੇ ਨਾਲ ਸੰਬੰਧਿਤ ਸੀ, ਪਰ ਉਹਨਾਂ ਨੇ ਜੋ ਰਾਜਿਆਂ ਦਾ ਕਿਰਦਾਰ ਸੀ ਉਹ ਨਿਭਾਉਂਦਿਆਂ ਇੱਥੇ ਜਿਹੜੇ ਜ਼ੁਲਮ ਕੀਤੇ ਆ, ਉਹ ਜ਼ੁਲਮ ਦੀ ਮੂੰਹ ਬੋਲਦੀ ਤਸਵੀਰ ਇਹ ਜਿਹੜਾ ਕੁਠਾਲੇ ਦਾ ਸ਼ਹੀਦੀ ਦਰਵਾਜ਼ਾ ਆ। ਤੇ ਪਹਿਲਾਂ ਵੀ ਆਪਾਂ ਗੱਲ ਕਰਕੇ ਹਟੇ ਹਾਂ। ਤੇ ਇਹ ਪਿੰਡ ਕੁਠਾਲਾ ਹੁਣ ਪੈ ਰਿਹਾ ਮਲੇਰਕੋਟਲਾ ਨਵਾਂ ਜ਼ਿਲ੍ਹਾ ਬਣਿਆ। ਤੇ ਇਸ ਸ਼ਹੀਦੀ ਦਰਵਾਜ਼ੇ ਨੂੰ ਲੈ ਕੇ ਵੀ ਸਿਆਸਤ ਹੁੰਦੀ ਰਹੀ ਆ। ਜਿੱਦਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਨੀਂਹ ਪੱਥਰ ਰੱਖਿਆ ਗਿਆ, ਪਰ ਨੀਂਹ ਪੱਥਰ ਰੱਖਣ ਤੋਂ ਬਾਅਦ ਨੀਂਹ ਪੱਥਰ ਤੁਸੀਂ ਦੇਖ ਸਕਦੇ ਹੋ ਕਿ ਮਾਨਯੋਗ ਸੁਖਦੇਵ ਸਿੰਘ ਢੀਂਡਸਾ ਵੱਲੋਂ ਨੀਂਹ ਪੱਥਰ ਵੀ ਰੱਖਿਆ ਗਿਆ, ਪਰ ਹਾਲੇ ਤੱਕ ਇਸ ਦਰਵਾਜ਼ੇ ਦੀ ਹਾਲਤ ਨੂੰ ਸੁਧਾਰਨ ਵੱਲ ਜਾਂ ਇਤਿਹਾਸਕ ਥਾਵਾਂ ਨੂੰ ਸੁਧਾਰਨ ਵੱਲ ਕਿਸੇ ਗੌਰਮੈਂਟ ਨੇ ਕੋਈ ਜਿਹੜਾ ਕਦਮ ਨਹੀਂ ਚੱਕਿਆ। ਤੁਸੀਂ ਦੇਖ ਸਕਦੇ ਹੋ ਕਿ ਗੋਲੀਆਂ ਦੇ ਨਿਸ਼ਾਨ ਇੱਕ ਨੀਚੇ ਆ, ਉਸ ਤੋਂ ਉੱਪਰ ਵੀ ਗੋਲੀਆਂ ਦੇ ਨਿਸ਼ਾਨ ਹਾਲੇ ਬਾਕੀ ਨੇ। ਇਹ ਥੋੜ੍ਹੇ ਬਜ਼ੁਰਗਾਂ ਨੇ ਦੱਸਿਆ ਕਿ ਇਸ ਪਾਸੇ ਤੋਂ ਗੋਲੀਆਂ ਚੱਲੀਆਂ, ਜਦੋਂ ਇਹ ਘਟਨਾ ਵਾਪਰਦੀ ਆ ਇਸ ਪਾਸੇ ਤੋਂ ਗੋਲੀਆਂ ਚੱਲੀਆਂ ਨੇ, ਅਤੇ ਇਹ ਗੋਲੀਆਂ ਦੇ ਨਿਸ਼ਾਨ ਇੱਥੇ ਬਾਕੀ ਆ, ਜਿਹਦੇ ਵਿੱਚ 18 ਸ਼ਹੀਦ ਇਸ ਪਿੰਡ ਦੇ ਹੁੰਦੇ ਆ। ਅਤੇ ਔਰ ਉਹ ਸ਼ਹਾਦਤਾਂ ਦਾ ਹੀ ਦੇਣ ਆ ਕਿ ਅੱਜ ਉਹ ਲੋਕ ਜ਼ਮੀਨਾਂ ਦੇ ਮਾਲਕ ਬਣ ਸਕੇ ਨੇ। ਅਤੇ ਪੰਜਾਬ ਦੇ ਇਸ ਅਣਗੌਲੇ ਇਤਿਹਾਸ ਨੂੰ ਜਾਣਨ ਲਈ ਕੋਸ਼ਿਸ਼ਾਂ ਕਰਨ ਦੀ ਲੋੜ ਆ, ਜਾਣਨ ਦੀ ਲੋੜ ਆ। ਜਿਹੜਾ ਪੰਜਾਬ ਦਾ ਅਣਗੌਲਿਆ ਇਤਿਹਾਸ ਆ ਇਹ, ਕਿ ਕਿਹਨਾਂ ਲੋਕਾਂ ਨੇ ਜ਼ਮੀਨਾਂ ਦੇ ਮਾਲਕ ਬਣਾਇਆ, ਕਿਹਨਾਂ ਲੋਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਜਿਹੜਾ ਲੋਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਲਈ। ਮੈਂ ਕਰਮ ਸੇਖਾ, ਕੈਮਰਾਮੈਨ ਅਮਰਦੀਪ ਦੇ ਨਾਲ। ਦੇਖਦੇ ਰਹੋ ਦਾ ਮਿਰਰ ਪੰਜਾਬ TV। ਧੰਨਵਾਦ।